ਚਾਰ ਦੇ ਅਧੀਨ ਅਸੀਂ ਅੱਜ ਤੋਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਪਰ ਬਹੁਤਿਆਂ ਨੂੰ ਇਹ ਬਾਣੀ ਯਾਦ ਵੀ ਹੈ ਔਰ ਯਾਦ ਹੋਣ ਦੇ ਨਾਲ ਨਾਲ ਇਸ ਬਾਣੀ ਦੇ ਅਸੀਂ ਅਰਥਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਬਾਣੀ ਦੀ ਵਿਚਾਰ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ। ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਆਮ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਇੱਕ ਆਮ ਜਾਣਕਾਰੀ ਦਿੱਤੀ ਜਾਂਦੀ ਹੈ, ਪਰ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਦੂਸਰਾ ਉਹਦੇ ਬਾਰੇ ਕੁਝ ਵੀ ਦੱਸਦਾ ਫਿਰੇ ਜਾਂ ਖੁਦ ਵੀ ਉਹਦੇ ਬਾਰੇ ਬੋਲਦਾ ਹੋਵੇ, ਪਰ ਉਹਦੇ ਬਾਰੇ ਜੇ ਬਹੁਤਾ ਪਤਾ ਨਹੀਂ ਹੈ ਤਾਂ ਉਹ ਜਦੋਂ ਵੀ ਬੋਲੇਗਾ ਉਹਦਾ ਬੋਲਿਆ ਅਧੂਰਾ ਹੀ ਹੋਵੇਗਾ, ਉਹ ਕਦੀ ਵੀ ਪੂਰਾ ਨਹੀਂ ਹੋਵੇਗਾ। ਜਿਸ ਚੀਜ਼ ਦਾ ਸਾਡਾ ਖੁਦ ਦਾ ਅਨੁਭਵ ਨਹੀਂ ਹੈ, ਜੇ ਉਸ ਚੀਜ਼ ਨੂੰ ਬੋਲਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਜਿਸ ਦੂਸਰੇ ਨੂੰ ਅਨੁਭਵ ਜ਼ਿਆਦਾ ਹੈ ਉਹਨੂੰ ਇਹ ਚੀਜ਼ ਲੱਗੇਗੀ ਕਿ ਹਾਂ ਇਹ ਕੰਮ ਗਲਤ ਕਰਦਾ ਪਿਆ ਹੈ, ਮੈਨੂੰ ਇਹਦੇ ਨਾਲੋਂ ਜ਼ਿਆਦਾ ਸਮਝ ਹੈ ਇਸ ਚੀਜ਼ ਦੇ ਬਾਰੇ। ਇਸ ਕਰਕੇ ਇਹ ਜਿਹੜੀ ਬਾਣੀ ਹੈ ਨਾ, ਇਹ ਅਨੁਭਵ ਦੇ ਨਾਲ ਸੰਬੰਧ ਰੱਖਦੀ ਹੈ। ਸਾਡਾ ਅਨੁਭਵ ਕਿਵੇਂ ਦਾ ਹੈ, ਧਾਰਮਿਕ ਜੀਵਨ ਦਾ ਸਾਡਾ ਤਜਰਬਾ ਕਿਵੇਂ ਦਾ ਹੈ, ਇੱਥੋਂ ਅਸੀਂ ਗੱਲ ਨੂੰ ਸ਼ੁਰੂ ਕਰਾਂਗੇ ਕਿ ਜੇ ਭਲਾ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦਿਆਂ ਭਾਵੇਂ 6 ਮਹੀਨੇ ਹੋਏ ਨੇ, ਭਾਵੇਂ 6 ਦਿਨ ਹੋਏ ਨੇ, ਅਤੇ ਭਾਵੇਂ 6 ਸਾਲ ਹੋਏ ਨੇ, ਅਤੇ ਭਾਵੇਂ 60 ਸਾਲ ਹੋਏ ਨੇ, ਸਾਡਾ ਤਜਰਬਾ ਕੀ ਆਖਦਾ ਹੈ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿਵੇਂ ਦੀ ਹੈ, ਗੁਰਮਤਿ ਕੀ ਹੈ, ਸਿੱਖੀ ਕੀ ਹੈ, ਸਾਨੂੰ ਕੀ ਸਮਝ ਲੱਗਾ ਹੈ ਗੁਰੂ ਘਰ ਦੇ ਵਿੱਚੋਂ। ਇੰਨੇ ਸਾਲਾਂ ਦੇ ਵਿੱਚ ਜੇ ਅਸੀਂ ਆ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਕੋਈ ਟੈਸਟ ਹੈ, ਇਹ ਕੋਈ ਟੈਸਟ ਨਹੀਂ ਹੈ ਕਿ ਤੁਸੀਂ ਮੈਨੂੰ ਪੁੱਛੋ ਜਾਂ ਮੈਂ ਤੁਹਾਨੂੰ ਦੱਸਾਂ ਅਤੇ ਫਿਰ ਜਦੋਂ ਅਸੀਂ ਇੱਕ ਦੂਸਰੇ ਨੂੰ ਦੱਸਾਂਗੇ ਤਾਂ ਸਾਡੇ 10 ਦੇ ਵਿੱਚੋਂ 10 ਨੰਬਰ ਆ ਜਾਣਗੇ। ਇਹ ਇੱਦਾਂ ਦਾ ਪਾਸਾ ਨਹੀਂ ਹੈ। ਇਹ ਇੱਕ ਜਿਹਨੂੰ ਅਸੀਂ ਕਹਿੰਦੇ ਨਾ ਕਿ ਸੈਲਫ ਐਨਾਲਿਸਿਸ ਦੀ ਗੱਲ ਹੁੰਦੀ ਹੈ ਵੀ ਵਾਕਿਆ ਹੀ ਜੇ ਮੈਨੂੰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਕੀ ਪਤਾ ਹੈ ਮੈਨੂੰ, ਅਤੇ ਮੈਨੂੰ ਕੀ ਪਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ, ਅਤੇ ਉਹਦੀ ਵੀ ਜਾਣਕਾਰੀ ਅੱਗੇ 2 ਤਰੀਕੇ ਦੀ ਹੈ। ਇੱਕ ਜਾਣਕਾਰੀ ਇਹ ਹੈ ਜਿਹਦੇ ਵਿੱਚ ਅਸੀਂ ਇਹ ਕਹਿ ਦਿੰਦੇ ਹੁੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਪ੍ਰਕਾਸ਼ ਕਰੋ, ਸਭ ਤੋਂ ਸ਼ੁਰੂ ਦੇ ਵਿੱਚ ਜਪਜੀ ਸਾਹਿਬ ਆ ਜਾਂਦਾ ਹੈ, ਫਿਰ ਸੋਦਰ ਦੇ 9 ਸ਼ਬਦ ਆ ਜਾਂਦੇ ਨੇ, ਫਿਰ ਸੋਹਿਲਾ ਸਾਹਿਬ ਆ ਜਾਂਦਾ ਹੈ, ਫਿਰ ਅੱਗੇ 31 ਰਾਗ ਆਉਂਦੇ ਨੇ। ਪਹਿਲਾ ਰਾਗ ਸ੍ਰੀ ਰਾਗ, ਆਖਰੀ ਰਾਗ ਜਿਹੜਾ ਹੈ ਉਹ ਜੈਜਾਵੰਤੀ ਰਾਗ, ਫਿਰ ਸਹਿਸਕ੍ਰਿਤੀ ਸ਼ੁਰੂ ਹੋ ਜਾਂਦੀ ਹੈ। ਇੱਦਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਲੋਕ ਆ ਜਾਂਦੇ ਨੇ। ਇੱਕ ਇਹ ਵੀ ਜਾਣਕਾਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਇਹ ਹੋਣੀ ਵੀ ਜ਼ਰੂਰੀ ਚਾਹੀਦੀ ਹੈ। ਪਰ ਇੱਕ ਜਾਣਕਾਰੀ ਉਹ ਹੈ ਜਿਹੜੀ ਸ੍ਰੀ ਰਾਗ ਦੇ ਪਹਿਲੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਵੀ ਵਾਹਿਗੁਰੂ ਜੇਕਰ ਮੇਰਾ ਘਰ ਕਿਤੇ ਮੋਤੀਆਂ ਦਾ ਵੀ ਹੋ ਜਾਵੇ ਨਾ, ਦੁਨੀਆ ਦੀਆਂ ਕੀਮਤੀ ਤੋਂ ਕੀਮਤੀ ਚੀਜ਼ਾਂ ਮੇਰੇ ਕੋਲ ਹੋਣ, ਪਰ ਮੈਨੂੰ ਤੇਰਾ ਨਾਮ ਨਾ ਭੁੱਲੇ। ਉਸ ਚੀਜ਼ ਨੂੰ ਮੈਂ ਕਿੰਨਾ ਕੁ ਜਾਣਦਾ ਹਾਂ, ਉਸ ਚੀਜ਼ ਨੂੰ ਮੈਂ ਕਿੰਨਾ ਕੁ ਵੇਖਦਾ ਹਾਂ। ਔਰ ਉਹ ਫਿਰ ਉੱਥੇ ਹੀ ਗੱਲ ਆਵੇਗੀ। ਇਹਨੂੰ ਵਿਚਾਰਵਾਨ ਕਹਿੰਦੇ ਹੁੰਦੇ ਨੇ। 2 ਤਰੀਕਿਆਂ ਦੇ ਲੋਕ ਹੁੰਦੇ ਨੇ ਧਾਰਮਿਕ ਜ਼ਿੰਦਗੀ ਦੇ ਵਿੱਚ। ਜਿਸ ਤਰ੍ਹਾਂ ਪਾਣੀ ਦੇ ਵਿੱਚ ਜਾਣ ਵਾਲੇ 2 ਤਰੀਕਿਆਂ ਦੇ ਲੋਕ ਹੁੰਦੇ ਨੇ। ਇੱਕ ਹੁੰਦੇ ਨੇ ਡਾਈਵਰਸ ਅਤੇ ਇੱਕ ਹੁੰਦੇ ਨੇ ਸਵਿਮਰ। ਇੱਕ ਹੁੰਦੇ ਨੇ ਤੈਰਨ ਵਾਲੇ, ਇੱਕ ਹੁੰਦੇ ਨੇ ਡੂੰਘਾ ਜਾਣ ਵਾਲੇ। ਔਰ ਤੁਹਾਨੂੰ ਵੀ ਪਤਾ ਹੈ ਜਿਹੜੇ ਤੈਰਦੇ ਨੇ ਉਹ 1-1.5 ਘੰਟੇ ਬਾਅਦ ਬਾਂਹ ਖੜੀ ਕਰਕੇ ਇਹ ਕਹਿ ਸਕਦੇ ਨੇ ਵੀ ਮੈਂ ਇੰਨਾ ਪੈਂਡਾ ਤੈਅ ਕਰ ਲਿਆ ਹੈ ਕਿ ਮੈਂ ਵਾਰ-ਵਾਰ ਜਦੋਂ ਪ੍ਰੈਕਟਿਸ ਕਰਦਾ ਹਾਂ, ਮੈਨੂੰ ਹੁਣ ਜਦੋਂ ਮੈਂ 1.5 ਕਿਲੋਮੀਟਰ 2 ਕਿਲੋਮੀਟਰ ਪਾਣੀ ਦੇ ਵਿੱਚ ਤੈਰ ਸਕਦਾ ਹਾਂ, ਮੇਰੀਆਂ ਬਾਹਾਂ ਨਹੀਂ ਥੱਕਦੀਆਂ। ਉਹਨੇ ਇੱਧਰ ਨੂੰ ਪੈਂਡਾ ਕੀਤਾ ਹੈ, ਉਹ ਕਵਰ ਬਹੁਤ ਕੁਝ ਕਰਦਾ ਹੈ। ਪਰ ਜੇ ਉਹਨੂੰ ਪੁੱਛੋ ਵੀ ਤੂੰ ਪਾਣੀ ਦੇ ਵਿੱਚੋਂ ਲੱਭਿਆ ਕੀ ਹੈ, ਅਤੇ ਇਸ ਪਾਸੇ ਤੋਂ ਤਾਂ ਉਹਦੀ ਕੋਈ ਦੌੜ ਹੀ ਨਹੀਂ ਹੈ, ਕਿਉਂਕਿ ਲੱਭਣ ਤੁਰਿਆ ਹੀ ਨਹੀਂ ਸੀ।
ਫਿਰ ਇੱਕ ਹੁੰਦੇ ਨੇ ਡਾਈਵਰਸ। ਉਹ ਕੀ ਕਰਦੇ ਨੇ, ਉਹ ਇੱਧਰ ਨੂੰ ਨਹੀਂ ਜਾਂਦੇ ਕਿ ਮੈਂ ਪੈਂਡਾ ਕਿੰਨਾ ਤੈਅ ਕਰਨਾ ਹੈ, ਉਹ ਉੱਧਰ ਨੂੰ ਜਾਂਦੇ ਨੇ ਮੈਂ ਡੂੰਘਾ ਕਿੰਨਾ ਜਾਣਾ ਹੈ। ਔਰ ਅਸਲ ਦੇ ਵਿੱਚ ਇੱਥੇ ਇਹ ਪਾਸਾ ਨਹੀਂ ਹੈ ਵੀ ਅਸੀਂ ਕਿੱਧਰ ਨੂੰ ਜਾਣਾ ਹੈ। ਸਾਡਾ ਪੈਂਡਾ ਇਹ ਵੀ ਹੈ ਵੀ ਅਸੀਂ ਜਾਣਾ ਵੀ ਅੱਗੇ ਨੂੰ ਹੈ, ਪਰ ਇੱਦਾਂ ਨਹੀਂ ਕਿ ਉੱਤੇ ਉੱਡਦੇ ਚਲੇ ਜਾਈਏ, ਅਸੀਂ ਡੂੰਘੇ ਵੀ ਜਾਣਾ ਹੈ। ਸਾਡਾ ਧਰਮ ਇੱਕ ਰੁੱਖਾ ਧਰਮ ਨਹੀਂ ਹੋਣਾ ਚਾਹੀਦਾ ਵੀ ਜਿਹਦੇ ਵਿੱਚ ਇਨਫੋਰਮੇਸ਼ਨ ਤਾਂ ਬਹੁਤ ਹੈ ਵੀ ਮੈਂ ਅੱਜ ਇੰਨਾ ਪੈਂਡਾ ਕਵਰ ਕਰ ਲਿਆ ਹੈ, ਅੱਜ ਮੈਂ ਇੰਨਾ ਰਸਤਾ ਕਵਰ ਕਰ ਲਿਆ ਹੈ, ਪਰ ਰਸਤੇ ਦੇ ਵਿੱਚ ਹੋਇਆ ਕੀ ਉਹ ਕੁਝ ਪਤਾ ਹੀ ਨਹੀਂ। ਜਿੱਦਾਂ ਕਿਸੇ ਨੇ ਇਹ ਸੋਚਣਾ ਹੋਵੇ ਵੀ ਆਪਾਂ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਣਾ ਹੈ ਅਤੇ ਵੇਖਾਂਗੇ ਵੀ ਰਸਤੇ ਦੇ ਵਿੱਚ ਕੀ ਕੀ ਆਉਂਦਾ। ਉਹ ਅਜੇ ਗੱਡੀ ਦੇ ਵਿੱਚ ਬੈਠੇ ਇਹਨੂੰ ਨੀਂਦ ਆ ਗਈ, ਗੱਡੀ ਜਿੱਥੇ ਡੈਸਟੀਨੇਸ਼ਨ ਸੀ ਉੱਥੇ ਪਹੁੰਚ ਗਈ। ਹੁਣ ਜਿਹੜੇ ਜਾਗਦੇ ਪਏ ਸੀ ਉਹ ਵਿਚਾਰੇ ਗੱਲਾਂ ਕਰਨ ਵੀ ਰਸਤੇ ਦੇ ਵਿੱਚ ਅਸੀਂ ਆਹ ਕੁਝ ਵੇਖ ਕੇ ਆਏ ਹਾਂ, ਆਹ ਕੁਝ ਵੇਖ ਕੇ ਆਏ ਹਾਂ, ਅਤੇ ਉਹ ਸੋਚਦਾ ਵੀ ਮੈਂ ਤਾਂ ਸੁੱਤਾ ਹੀ ਸਫ਼ਰ ਕਰ ਆਇਆ। ਇਹਦਾ ਮਤਲਬ ਸਫ਼ਰ ਦੋਵਾਂ ਨੇ ਕਰ ਲਿਆ ਹੈ, ਇੱਕ ਨੇ ਕੁਝ ਜਾਗ ਕੇ ਅਤੇ ਕੁਝ ਵੇਖ ਕੇ ਕੀਤਾ ਹੈ। ਗੁਰਬਾਣੀ ਦਾ ਪਾਠ ਵੀ ਕਰਨਾ ਹੈ, ਪਰ ਪਾਠ ਸਿਰਫ ਪਾਠ ਹੀ ਨਾ ਰਹਿ ਜਾਵੇ, ਉਹਨੂੰ ਜੀਣ ਦੀ ਕੋਸ਼ਿਸ਼ ਵੀ ਕਰਨੀ ਹੈ। ਗੁਰਦੁਆਰੇ ਵੀ ਆਉਣਾ ਹੈ, ਪਰ ਗੁਰਦੁਆਰਾ ਸਿਰਫ ਐਵੇਂ ਆਉਣ ਜਾਣ ਵਾਲਾ ਚੱਕਰ ਹੀ ਨਾ ਬਣ ਕੇ ਰਹਿ ਜਾਵੇ, ਵਾਕਿਆ ਹੀ ਉਸ ਜ਼ਿੰਦਗੀ ਨੂੰ ਮਹਿਸੂਸ ਕਰਨਾ ਹੈ ਜਿਹਨੂੰ ਸਤਿਗੁਰੂ ਜੀ ਕਹਿ ਰਹੇ ਨੇ। ਵੈਸੇ ਤਾਂ ਕਿਉਂਕਿ ਸਾਡੀ ਪ੍ਰੈਕਟਿਸ ਇਸ ਚੀਜ਼ ਦੀ ਹੁੰਦੀ ਹੈ, ਸ਼ਬਦ ਬੜਾ ਮੈਂ ਆਪ ਜੀ ਦੇ ਅੱਗੇ ਰੱਖਾਂਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਿਰ ਵਿੱਚ ਨਿੱਕੇ ਵਾਲ ਹੋਏ ਸਾਧ ਚਰਨ ਚਵਰ ਕਰ ਢਾਲੇ, ਗੁਰਸਰ ਤੀਰਥ ਨਹਾਏ ਕੈ ਅੰਝੂ ਭਰ ਭਰ ਪੈਰ ਪਖਾਲੇ, ਕਾਲੀ ਹੂੰ ਧੌਲੇ ਕਰੇ ਚਲਣਾ ਜਾਣ ਨਿਸ਼ਾਨ ਸੰਭਾਲੇ, ਪੈਰੀ ਪੈ ਪਾ ਖਾਕ ਹੋਏ ਪੂਰਾ ਸਤਿਗੁਰ ਨਦਰ ਨਿਹਾਲੇ। ਇਹ ਨਾ ਸਾਡੀ ਜਿਹੜੀ ਪੜ੍ਹਾਈ ਹੈ ਉਹ ਕਿਸ ਪਾਸੇ ਦੀ ਹੋ ਰਹੀ ਹੈ, ਇਹ ਬੜੇ ਧਿਆਨ ਰੱਖਣ ਦੀ ਗੱਲ ਹੈ, ਕਿਉਂਕਿ ਸਾਨੂੰ ਅਕੈਡਮਿਕ ਸਟੱਡੀ ਤਾਂ ਕਰਨੀ ਪੈਣੀ ਹੈ ਅਤੇ ਸਾਡੀ ਮਜਬੂਰੀ ਹੈ, ਜੇ ਛੱਡਾਂਗੇ ਤਾਂ ਅਸੀਂ ਬਰਾਬਰ ਨਹੀਂ ਆ ਸਕਦੇ ਕਿਸੇ ਦੇ ਵੀ, ਇਹ ਜ਼ਰੂਰੀ ਹੈ ਸਾਡੇ ਲਈ। ਪਰ ਮੈਂ ਨਾਲ ਇਹ ਬੇਨਤੀ ਕਰਦਾ ਹੁੰਦਾ ਕਿ ਵੇਖੋ ਹਾਲਾਤ ਇਹ ਬਣ ਗਏ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਾਡਾ ਛੋਟਾ ਬੱਚਾ ਸਾਡੇ ਘਰ ਦੇ ਵਿੱਚ ਹੋਵੇ ਨਾ, ਅਤੇ ਉਹਦਾ ਤੁਸੀਂ ਜਿਹੜੀ ਆਤਮਿਕ ਦੁਨੀਆ ਹੈ, ਜਿਹਨੂੰ ਅੱਜ ਕੱਲ੍ਹ ਬਹੁਤੇ ਖਤਮ ਹੀ ਕਰੀ ਫਿਰਦੇ ਨੇ ਵੀ ਇਹ ਕੁਝ ਹੈ ਹੀ ਨਹੀਂ ਹੈ, ਜਿਹਨੂੰ ਰੱਦ ਹੀ ਕਰੀ ਫਿਰਦੇ ਨੇ, ਉਹ ਕਹਿੰਦੇ ਜਦੋਂ ਸਿਰ ਵਿੱਚ ਨਿੱਕੇ ਵਾਲ ਹੋਏ, ਬਿਲਕੁਲ ਸਿਰ ਦੇ ਵਾਲ ਅਜੇ ਛੋਟੇ ਨੇ ਨਾ, ਕੇਸ ਛੋਟੇ ਨੇ, ਮਤਲਬ ਕਿੰਨੀ ਕੇਸ ਹੋਵੇਗੀ ਲਾ ਲਓ ਤੁਸੀਂ ਵੀ ਉਹਨੂੰ ਸੈਂਸ ਹੈ, ਥੋੜ੍ਹੀ ਜਿਹੀ ਗੱਲ ਸਮਝਣੀ ਆ ਗਈ ਹੈ, ਅਤੇ ਉਹਦੇ ਵਿੱਚ ਜੇ ਮੈਂ ਕਹਾਂ ਤਾਂ 6-7 ਸਾਲ ਦੀ ਏਜ ਹੈ। ਹੁਣ ਉਹ ਸਕੂਲਿੰਗ ਵੀ ਉਹਦੀ ਹੋ ਰਹੀ ਹੈ, ਔਰ ਸਾਡੇ ਸਾਰਿਆਂ ਦੇ ਘਰਾਂ ਦਾ ਹਿਸਾਬ ਹੈ, ਤੁਹਾਨੂੰ ਵੀ ਪਤਾ ਹੈ, ਸਾਡਾ ਬੱਚਾ 2.5 ਸਾਲ ਦਾ ਹੁੰਦਾ ਹੈ ਅਤੇ ਅਸੀਂ ਤਿਆਰੀ ਕਰਨ ਲੱਗ ਪੈਂਦੇ ਹਾਂ ਵੀ ਇਹਨੂੰ ਸਕੂਲ ਜਾਣ ਤੋਂ ਪਹਿਲਾਂ ਹੀ ABC ਆਉਂਦੀ ਹੋਵੇ, ਔਰ ਲਗਭਗ 100 ਦੇ ਵਿੱਚੋਂ 99 ਜਿਹੜੇ ਬੱਚੇ ਨੇ ਉਹ ਅੱਜ ਕੱਲ੍ਹ ਇੱਦਾਂ ਦੇ ਨੇ ਜਿਨ੍ਹਾਂ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਇਹ ਆਉਂਦਾ ਪਿਆ ਹੈ, ਇਹ ਆਉਂਦਾ ਹੈ। ਸਾਨੂੰ ਪਤਾ ਵੀ ਉਹਨੇ ਸਕੂਲ ਜਾਣਾ ਹੈ ਅਤੇ ਕਿਤੇ ਟੀਚਰ ਇਹ ਨਾ ਕਹਿ ਦੇਵੇ ਵੀ ਇਹਨੂੰ ਤਾਂ ਕੁਝ ਸਮਝ ਹੀ ਨਹੀਂ ਪੈਂਦਾ, ਅਸੀਂ ਪਹਿਲਾਂ ਹੀ ਉਨੀ ਤਿਆਰੀ ਕਰਕੇ ਬੈਠੇ ਹਾਂ। ਜੇ ਸਾਨੂੰ ਲੱਗੇ ਵੀ ਇਹ ਤਾਂ ਬੱਚੇ 'ਤੇ ਵਾਧੂ ਬਰਡਨ ਪਾਉਣ ਵਾਲੀ ਗੱਲ ਹੈ, ਇਹਦਾ ਮਤਲਬ ਸਾਨੂੰ ਪਤਾ ਹੈ ਵੀ ਉਹਨੂੰ ਅਸੀਂ ਉਸ ਪਾਸੇ ਦੇ ਉੱਤੇ ਭੇਜਣਾ ਹੈ ਅਤੇ ਉਹਦੀ ਕਿੰਨੀ ਤਿਆਰੀ ਕਰਦੇ ਪਏ ਹਾਂ। ਸਮੇਤ ਮੇਰੇ ਇਹਦਾ ਦੋਸ਼ ਅਸੀਂ ਕਿਸੇ ਨੂੰ ਕੀ ਦਈਏ, ਅਸੀਂ ਖੁਦ ਹੀ ਵੇਖੀਏ ਵੀ ਸਾਡੇ ਮਾਂ ਪਿਓ ਨੇ ਜਾਂ ਅਸੀਂ ਆਪਣੇ ਬੱਚਿਆਂ ਦੀ ਇਸ ਪਾਸੇ ਤੋਂ ਕਿੰਨੀ ਕੁ ਤਿਆਰੀ ਕਰਵਾਈ ਹੈ। ਸਿਰ ਵਿੱਚ ਨਿੱਕੇ ਵਾਲ ਹੋਏ ਸਾਧ ਚਰਨ ਚਵਰ ਕਰ ਢਾਲੇ। ਅੱਜ ਕੱਲ੍ਹ ਕਈ ਬਹੁਤੇ ਸਿਆਣੇ ਜਿਹੜੇ ਕਹਿੰਦੇ ਨੇ, ਉਹਨਾਂ ਦੀ ਆਪਣੀ ਪੜ੍ਹਾਈ ਹੈ, ਜਿੱਦਾਂ ਦੀ ਉਹਨਾਂ ਦੀ ਮੱਤ ਹੈ ਉਹ ਇਸ ਤਰੀਕ ਨੂੰ ਕਹਿੰਦੇ ਨੇ। ਉਹ ਕਹਿੰਦੇ ਵੀ 14 ਸਾਲ ਤੋਂ ਪਹਿਲਾਂ ਤੁਸੀਂ ਬੱਚੇ ਨੂੰ ਕੁਝ ਕਰਨ ਹੀ ਨਾ ਦਿਓ, ਅਤੇ ਫਿਰ ਸਕੂਲ ਵੀ 14 ਸਾਲ ਤੋਂ ਬਾਅਦ ਸ਼ੁਰੂ ਕਰੋ। ਕਿਉਂ ਉਹਨੂੰ ਇੱਕੋ ਪਾਸੇ ਲਾ ਕੇ ਅਤੇ ਫਸਾ ਰੱਖਿਆ ਵੀ ਤੇਰਾ ਬਸ ਦਿਮਾਗ ਸਾਰੇ ਪਾਸੇ ਤੋਂ ਬੰਦ ਹੋ ਜਾਏ ਅਤੇ ਫਿਰ ਤੂੰ ਸ਼ੁਰੂ ਕਰੀ ਕਿਸੇ ਹੋਰ ਚੀਜ਼ ਨੂੰ ਸੋਚਣਾ। 14 ਸਾਲ ਤੱਕ ਤਾਂ ਅੱਧਾ ਦਿਮਾਗ ਉੱਦਾਂ ਬੰਦ ਹੋ ਜਾਂਦਾ ਬੰਦੇ ਦਾ। ਤੁਸੀਂ ਵੇਖੋ ਜਿਹੜਾ ਬੱਚਾ ਛੋਟੀ ਲੈਂਗੁਏਜ ਜਿੰਨੀ ਜਲਦੀ ਸਿੱਖ ਸਕਦਾ ਹੈ, ਅਸੀਂ ਛੋਟੇ ਹੁੰਦੇ ਸਕੂਲਾਂ 'ਚ ਪੜ੍ਹੇ ਸੀ, ਜਿੰਨੀਆਂ ਲੈਂਗੁਏਜ ਸਾਨੂੰ ਨਰਸਰੀ ਤੋਂ ਲੈ ਕੇ ਅਤੇ 1st 2nd ਤੱਕ ਪੜ੍ਹਾ ਦਿੱਤੀਆਂ ਗਈਆਂ, ਸਾਨੂੰ ਯਾਦ ਹੋ ਗਈਆਂ। ਵੱਡੇ ਹੁੰਦਿਆਂ ਪੜ੍ਹਨੀਆਂ ਪੈਂਦੀਆਂ ਨੇ ਤਾਂ ਬੰਦਾ ਫਸ ਜਾਂਦਾ ਵੀ ਆਹ ਕੀ ਪੜ੍ਹਾਈ ਜਾ ਰਹੇ ਨੇ। ਬੇਸ ਹੈ ਨਾ ਉੱਥੇ ਬੇਸ ਨਹੀਂ ਬਣਾਇਆ। ਪਰ ਭਾਈ ਗੁਰਦਾਸ ਸਾਹਿਬ ਦਾ ਇਹ ਪੰਕਤੀ ਤੁਸੀਂ ਇਹ ਵੇਖ ਲੈਣੀ, ਕਹਿੰਦੇ ਬਿਲਕੁਲ ਉਹਦੀ ਤਿਆਰੀ ਤੁਸੀਂ ਕਦੋਂ ਦੀ ਕਰਾ ਰਹੇ ਜੇ, ਕਦੋਂ ਉਹਨੂੰ ਇਸ ਪਾਸੇ 'ਤੇ ਲਾ ਰਹੇ ਜੇ। ਇਹ ਕਰਮ ਕਾਂਡਾਂ ਦੀ ਪੜ੍ਹਾਈ ਨਹੀਂ ਹੈ ਵੀ ਉਹਨੂੰ ਕਰਮ ਕਾਂਡ ਕਰਨੇ ਸਿਖਾਓ, ਉਹਨੂੰ ਸਿਖਾਓ ਕਿ ਜ਼ਿੰਦਗੀ ਇੱਦਾਂ ਦੀ ਵੀ ਹੈ, ਕਿਉਂਕਿ ਉਹਦੇ ਅੰਦਰੋਂ ਮਾਸੂਮੀਅਤ ਖਤਮ ਨਾ ਹੋ ਜਾਵੇ, ਉਹਦੇ ਅੰਦਰੋਂ ਆਨੰਦ ਖਤਮ ਨਾ ਹੋ ਜਾਵੇ। ਸਾਨੂੰ ਉਦੋਂ ਆਨੰਦ ਵਾਲੇ ਪਾਸੇ ਲਾਇਆ ਜਾਂਦਾ ਹੈ ਜਦੋਂ ਅਸੀਂ ਆਪਣਾ ਸ਼ੁਰੂ ਵਾਲਾ ਆਨੰਦ ਗਵਾ ਚੁੱਕੇ ਹੁੰਦੇ ਹਾਂ। ਮੈਂ ਬੇਨਤੀ ਕਰ ਦੇਵਾਂ, ਕਿਉਂਕਿ ਸਮਝ ਫਿਰ ਕਿੱਥੋਂ ਆਵੇਗੀ,
ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ, ਪਾਇਓ ਬਾਲ ਬੁੱਧ ਸੁਖ ਰੇ। ਜਿੰਨੀ ਜਿੰਨੀ ਅਕਲ, ਜਿੰਨੀ ਜਿੰਨੀ ਬੁੱਧੀ ਬੱਚੇ ਵਾਲੀ ਹੈ, ਓਨਾ ਓਨਾ ਹੀ ਜ਼ਿੰਦਗੀ ਦੇ ਵਿੱਚ ਸੁੱਖ ਹੈ। ਉਹ ਰੋ ਵੀ ਲੈਂਦਾ ਹੈ, ਹੱਸ ਵੀ ਲੈਂਦਾ ਹੈ, ਖੇਡ ਵੀ ਲੈਂਦਾ ਹੈ, ਲੜ ਵੀ ਲੈਂਦਾ ਹੈ, ਪਰ ਉਹ ਇੰਨੇ ਪ੍ਰੈਜ਼ੈਂਟ ਦੇ ਵਿੱਚ ਜੀ ਰਿਹਾ ਹੁੰਦਾ ਹੈ ਕਿ ਜਿੰਨਾ ਚਿਰ ਰੋ ਰਿਹਾ ਬਸ ਓਨਾ ਚਿਰ ਹੀ ਰੋ ਰਿਹਾ ਹੁੰਦਾ ਹੈ, ਉਹਦੇ ਤੋਂ ਬਾਅਦ ਉਹ ਨਹੀਂ ਰੋ ਰਿਹਾ ਹੁੰਦਾ। ਅਸੀਂ ਕੀ ਕਰਦੇ ਹਾਂ? ਅਸੀਂ ਰੋਣਾ ਤੇ ਕੰਟਰੋਲ ਕਰ ਲੈਂਦੇ ਹਾਂ, ਪਰ ਸਾਰਾ ਦਿਨ ਰੋਂਦੇ ਰਹਿੰਦੇ ਹਾਂ। ਉਹ ਹੁਣ ਦਿਸਦਾ ਨਹੀਂ ਆ ਲੋਕਾਂ ਨੂੰ, ਦਿਲ 'ਤੇ ਰੋਈ ਜਾ ਰਿਹਾ, ਮੈਂ ਤਾਂ ਰੋਈ ਜਾ ਰਿਹਾ। ਇਹਦਾ ਭਾਵ ਕੀ ਹੈ ਵੀ ਇੱਕ ਟਾਈਮ ਸਾਡੇ ਉੱਤੇ ਵੀ ਉਹ ਹੈ ਸੀ ਜਦੋਂ ਅਸੀਂ ਮਾਸੂਮ ਸੀ, ਜਦੋਂ ਅਸੀਂ ਇੱਦਾਂ ਦੇ ਹੈ ਸੀ, ਹੁਣ ਗਵਾਚ ਗਿਆ। ਹੁਣ ਗਵਾਚੀ ਚੀਜ਼ ਲੱਭਣੀ ਸੌਖੀ ਹੈ ਕਿ ਜਿਹੜੀ ਚੀਜ਼ ਪਹਿਲਾਂ ਹੀ ਕੋਲ ਹੈ ਉਹ ਚੀਜ਼ ਸੰਭਾਲਣੀ ਸੌਖੀ ਹੈ? ਸੁਭਾਵਿਕ ਜੀ ਗੱਲ ਹੈ। ਅਸੀਂ ਪਤਾ ਨਹੀਂ ਪੇਰੈਂਟਿੰਗ ਇਸ ਪਾਸੇ ਤੋਂ ਕਰਦੇ ਪਏ ਹਾਂ। ਮੇਰੇ ਘਰ ਦੇ ਵਿੱਚ ਵੀ ਬੱਚਾ ਹੈ, ਮੈਂ ਇਹਨੂੰ ਲੈ ਕੇ ਚੱਲਦਾ ਹਾਂ ਇਸ ਪਾਸੇ ਤੋਂ। ਮਹਾਰਾਜ ਮਿਹਰ ਕਰੇ ਉਹਨਾਂ ਬੱਚਿਆਂ ਨੂੰ ਇਹੋ ਜਿਹੀਆਂ ਬੰਦਿਆਂ ਦੀਆਂ ਕਹਾਣੀਆਂ ਸੁਣਾਈਏ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਵਾਕਿਆ ਕੀਤਾ ਹੈ। ਔਰ ਵਾਕਿਆ ਕੀਤੇ ਦਾ ਮਤਲਬ ਪਤਾ ਕੀ ਹੈ? ਦੇਖੋ, ਜਿਹੜੀਆਂ ਕਮਾਈ ਵਾਲੀਆਂ ਕਿਤਾਬਾਂ ਹੁੰਦੀਆਂ ਨੇ ਨਾ, ਵੀ ਆਪਾਂ ਰਿਚ ਕਿੱਦਾਂ ਬਣਨਾ ਹੈ, ਆਪਾਂ ਅਮੀਰ ਕਿੱਦਾਂ ਬਣਨਾ ਹੈ, ਅਤੇ 20 ਸਾਲ ਤੋਂ ਬਾਅਦ ਹੀ ਕੰਮ ਆਉਂਦੀਆਂ ਨੇ, ਪਹਿਲਾਂ ਨਹੀਂ ਕੰਮ ਆਉਂਦੀਆਂ। ਤੁਸੀਂ ਬੱਚੇ ਦੇ ਲਾਗੇ ਬੈਠੋਗੇ ਅਤੇ ਉਹਦੇ ਲਈ ਸਿਰਦਰਦੀ ਇਹਦੇ ਤੋਂ ਵੱਧ ਕੁਝ ਨਹੀਂ ਹੈ। ਪਰ ਉਸ ਬੱਚੇ ਨੂੰ ਕਿਤੇ ਤੁਸੀਂ ਛੋਟੇ ਹੁੰਦਿਆਂ ਜਿਹੜੀਆਂ ਰੱਬ ਦੇ ਪਿਆਰਿਆਂ ਦੀਆਂ, ਜਿਨ੍ਹਾਂ ਬੰਦਿਆਂ ਨੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਅਤੇ ਸੇਵਾ ਕੀਤੀ ਹੈ, ਉਹੋ ਜਿਹਾ ਕਰੈਕਟਰ ਦੇ ਵਿੱਚ ਉਹਨਾਂ ਨੂੰ ਗੱਲਾਂ ਵਾੜ ਦੇਵੋਗੇ, ਉਹ ਚੀਜ਼ਾਂ ਉਹਨਾਂ ਦੇ ਵਿੱਚੋਂ ਬਾਹਰ ਜ਼ਰੂਰ ਨਿਕਲਣਗੀਆਂ। ਅੱਜ ਨਹੀਂ ਤਾਂ ਕੱਲ੍ਹ ਨੂੰ ਵਾਪਸ ਆਵੇਗਾ ਹੀ ਆਵੇਗਾ। ਅਤੇ ਮੈਂ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਸੀ, ਆਪਣੀ ਪੇਰੈਂਟਿੰਗ ਦਾ ਹਾਲ, ਆਪਣੀ ਫੈਮਿਲੀ ਦਾ ਹਾਲ ਅਸੀਂ ਵੇਖਣਾ ਹੈ ਵੀ ਅਸੀਂ ਕਿਸ ਪਾਸੇ ਤੋਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ, ਵੀ ਇੰਨਾ ਕੁਝ ਹੋਣ ਦੇ ਬਾਵਜੂਦ ਸਾਡੇ ਘਰ ਦੇ ਵਿੱਚ ਆਨੰਦ ਦਾ ਮਾਹੌਲ ਕਿਵੇਂ ਹੈ, ਸਾਡੇ ਘਰ ਦੇ ਵਿੱਚ ਸਕੂਨ ਦਾ ਮਾਹੌਲ ਕਿਵੇਂ ਦਾ ਹੈ। ਸਤਿਗੁਰੂ ਜੀ ਦਾ ਸ਼ਬਦ ਅਸੀਂ ਸ਼ੁਰੂ ਕਰਾਂਗੇ। ਮੈਂ ਫਿਰ ਦੁਹਰਾ ਰਿਹਾ ਹਾਂ, ਜੋ ਚੀਜ਼ ਹੁਣ ਗਵਾਚ ਚੁੱਕੀ ਹੈ ਉਹਨੂੰ ਦੁਬਾਰਾ ਲੱਭਣ ਦੀ ਕਿਤੇ ਕੋਸ਼ਿਸ਼ ਕਰਿਓ। ਅਤੇ ਪਹਿਲੀ ਗੱਲ ਤਾਂ ਸਾਡੇ ਲਾਗੇ ਹਾਲਾਤ ਹੀ ਇੱਦਾਂ ਦੇ ਨੇ ਵੀ ਵਾਪਸ ਉਸ ਜ਼ਿੰਦਗੀ ਦੇ ਵਿੱਚ ਜਾਣਾ ਹੀ ਬੜਾ ਔਖਾ ਹੈ। ਇੱਕ ਸ਼ਬਦ ਆਪ ਜੀ ਦੇ ਅੱਗੇ ਬਾਬਾ ਕਬੀਰ ਸਾਹਿਬ ਜੀ ਦਾ ਵੀ ਰੱਖ ਦੇਵਾਂ। ਅਸੀਂ ਹੁਣ ਕੀ ਕੀਤਾ ਹੈ, ਅਸੀਂ ਇੱਕ ਪੁਆਇੰਟ ਤੋਂ ਜ਼ਿੰਦਗੀ ਨੂੰ ਛੱਡ ਕੇ ਅਤੇ ਇਹੋ ਜਿਹੇ ਪੁਆਇੰਟ ਦੇ ਉੱਤੇ ਚੱਲ ਗਏ ਹਾਂ ਵੀ ਸਾਨੂੰ ਕਦੀ ਕਦੀ ਇੰਝ ਲੱਗਣ ਲੱਗ ਪੈਂਦਾ ਵੀ ਇਹ ਤਾਂ ਪੁਆਇੰਟ ਕੁਝ ਹੈ ਹੀ ਨਹੀਂ ਹੈ, ਇਹ ਤਾਂ ਜ਼ਿੰਦਗੀ ਕੁਝ ਹੈ ਹੀ ਨਹੀਂ ਸੀ। ਬਾਬਾ ਕਬੀਰ ਕਹਿੰਦੇ, ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਸਨਾਤਨ ਦਾ ਅਰਥ ਹੈ ਵੈਸੇ ਪੁਰਾਣਾ, ਮਤਲਬ ਕਹਿੰਦੇ ਨੇ ਜਿੱਦਾਂ ਦਾ ਮਨ ਮੇਰਾ ਸਟਾਰਟਿੰਗ ਵੇਲੇ ਸੀ ਨਾ, ਸ਼ੁਰੂਆਤ ਵੇਲੇ ਸੀ, ਹੁਣ ਵਾਪਸ ਉੱਦਾਂ ਦਾ ਹੋ ਗਿਆ। ਅਸੀਂ ਕਿੱਥੇ ਕਿਤੇ ਹਾਂ? ਅਸੀਂ ਅਜੇ ਵਾਪਸ ਨਹੀਂ ਹਾਂ, ਅਸੀਂ ਅਜੇ ਜਰਨੀ ਦੇ ਵਿੱਚ ਹੀ ਹਾਂ, ਅਜੇ ਵਾਪਸ ਨਹੀਂ ਆ ਰਿਹਾ। ਵਾਪਸ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਪਿਆ, ਵਾਪਸ ਆਉਣ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਅਜੇ ਤੋਂ ਸੋਚਿਆ ਵੀ ਨਹੀਂ ਹੈ ਕਿ ਵਾਪਸ ਆਉਣਾ ਹੈ। ਅਬ ਮਨ ਉਲਟ ਸਨਾਤਨ ਹੁਆ, ਜਦੋਂ ਤੱਕ ਮਨ ਪੁਰਾਣਾ ਹੋਣ ਦੀ ਕੋਸ਼ਿਸ਼ ਨਹੀਂ ਕਰਦਾ, ਮਨ ਦੇ ਵਿੱਚ ਮਾਸੂਮੀਅਤ ਕਿੱਥੇ ਆਵੇਗੀ? ਅਤੇ ਮਾਸੂਮੀਅਤ ਨਹੀਂ ਹੈ ਤਾਂ ਮਨ 'ਚ ਆਨੰਦ ਕਿੱਦਾਂ ਹੋਵੇਗਾ? ਤੁਸੀਂ ਵੇਖਦੇ ਜੇ ਨਾ, ਪਤਾ ਨਹੀਂ ਇਹਨੂੰ ਕੋਈ ਕਿੱਦਾਂ ਸਮਝਦਾ ਹੈ। ਨਕਲੀ ਕਾਰ ਦੇ ਨਾਲ ਬੱਚਾ ਕਿੰਨਾ ਦਿਨ ਖੇਡਦਾ ਰਹਿੰਦਾ ਅਤੇ ਖੁਸ਼ ਹੋਈ ਜਾਂਦਾ। ਸਾਡੇ ਕੋਲ ਅਸਲੀ ਹੁੰਦੀਆਂ ਨੇ, ਸਾਨੂੰ ਤਾਂ ਵੀ ਨਹੀਂ ਖੁਸ਼ੀ ਹੁੰਦੀ। ਕਦੀ ਧਰਮ ਸਿੱਖਣਾ ਹੈ ਅਤੇ ਆਹ ਲੈਕਚਰਾਂ ਦੇ ਵਿੱਚ ਧਰਮ ਨਹੀਂ ਹੈ। ਧਰਮ ਸਿੱਖਣਾ ਹੈ ਤਾਂ ਪ੍ਰੈਕਟੀਕਲ ਲਾਈਫ ਕਰਦੇ ਪਏ ਨੇ ਬੱਚੇ, ਉਹਨਾਂ ਦੇ ਕੋਲੋਂ ਧਰਮ ਸਿੱਖੋ। ਕਿਆ ਕਮਾਲ ਦਾ ਧਰਮ ਸਿਖਾਉਂਦੇ ਪਏ ਨੇ। ਤੁਸੀਂ ਕਿਤੇ ਵੇਖਣਾ, ਧਰਮ ਸਿੱਖਣਾ ਅਤੇ ਬੱਚੇ ਦੇ ਕੋਲੋਂ ਸਿੱਖੋ, ਸਭ ਤੋਂ ਨੇੜੇ ਦੀ ਗੱਲ। ਅਤੇ ਜਿੰਨੀਆਂ ਕਥਾ ਕਹਾਣੀਆਂ ਨੇ ਅਤੇ ਐਵੇਂ ਗੱਲਾਂ ਬਾਤਾਂ ਵਾਲਾ ਹੀ ਕੰਮ ਹੋ ਜਾਂਦਾ ਹੈ। ਮੈਂ ਪਹਿਲਾਂ ਹੀ ਕਹਿ ਦਿੱਤਾ ਹੈ, ਜਿਸ ਸਟੇਜ ਦੇ ਉੱਤੇ ਅਸੀਂ ਪਹੁੰਚੇ ਨਹੀਂ ਹੁੰਦੇ ਉਹਦੇ ਬਾਰੇ ਗੱਲ ਕਰਦੇ ਹਾਂ ਅਤੇ ਇੰਝ ਲੱਗਦਾ ਵੀ ਅਧੂਰਾ ਹੈ ਬੰਦਾ, ਗੱਲ ਪੂਰੀ ਨਹੀਂ ਕਰਦਾ ਪਿਆ। ਇਹ ਬੜੀ ਕੀਮਤੀ ਪੰਕਤੀ ਹੈ ਬਾਬਾ ਕਬੀਰ ਸਾਹਿਬ ਦੀ। ਅਬ ਮਨ ਉਲਟ ਸਨਾਤਨ ਹੁਆ, ਮੇਰਾ ਮਨ ਪਹਿਲਾਂ ਵਰਗਾ ਹੋ ਗਿਆ। ਕਿ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰਦੇ ਪਏ ਹਾਂ ਵੀ ਮਨ ਓਨਾ ਮਾਸੂਮ ਹੋ ਜਾਵੇ ਜਿੱਦਾਂ ਬੱਚਾ ਕਿਸੇ ਨੂੰ ਚੀਜ਼ ਦੇ ਕੇ ਅਤੇ ਹੱਥ ਝਾੜ ਕੇ ਕਹਿ ਦਿੰਦਾ ਵੀ ਚੱਲ ਠੀਕ ਹੈ ਕੋਈ ਗੱਲ ਨਹੀਂ, ਔਰ ਦੇ ਕੇ ਤਾਂ ਕਦੀ ਚੇਤਾ ਵੀ ਨਹੀਂ ਰੱਖਦਾ, ਉਹਨੂੰ ਚੇਤਾ ਹੀ ਭੁੱਲ ਜਾਂਦਾ ਵੀ ਨਹੀਂ ਕੋਈ ਨਹੀਂ ਦਿੱਤਾ ਅਤੇ ਗੱਲ ਖਤਮ ਹੋ ਗਈ। ਇਹੋ ਹੀ ਤਾਂ ਹੈ ਜਿਹਨੂੰ ਬਾਬਾ ਫਰੀਦ ਕਹਿੰਦੇ ਅਣਹੋਂਦਾ ਆਪ ਵੰਡਾਏ, ਵੀ ਨਹੀਂ ਹੈ ਕੋਲ ਉਹਨੇ ਫੜਾ ਦਿੱਤਾ ਹੈ ਅਤੇ ਫਿਰ ਚੇਤਾ ਵੀ ਨਹੀਂ ਰੱਖਿਆ। ਮੈਂ ਦਾਨ ਹੱਥੋਂ ਤਾਂ ਛੱਡ ਦਿੰਦਾ ਹਾਂ ਕਿ ਆਹ ਵੇਖੋ ਜੀ ਇੰਨੇ ਪੈਸੇ ਮੈਂ ਦਾਨ ਕਰ ਦਿੱਤੇ, ਫਿਰ ਉਹ ਦਾਨ ਮੇਰੇ ਦਿਮਾਗ 'ਚ ਘੁੰਮਣ ਲੱਗ ਪੈਂਦਾ, ਹੱਥੋਂ ਛੁੱਟ ਜਾਂਦਾ ਹੈ, ਦਿਮਾਗ ਦੇ ਵਿੱਚ ਘੁੰਮਣ ਲੱਗ ਪੈਂਦਾ। ਇਹ ਪ੍ਰੋਬਲਮ ਹੈ ਸਾਡੀ, ਕਿਉਂਕਿ ਅਸੀਂ ਸਿਆਣੇ ਹੋ ਜਾਂਦੇ ਹਾਂ ਇਸ ਪਾਸੇ ਤੋਂ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ, ਪਹਿਲਾਂ ਇਸ ਅਵਸਥਾ ਨੂੰ ਸਮਝੋ ਵੀ ਇੱਕ ਅਵਸਥਾ ਤੁਹਾਡੇ ਅੰਦਰ ਇੱਦਾਂ ਦੀ ਹੈ ਜਿਸ ਅਵਸਥਾ ਦੇ ਵਿੱਚ ਤੁਸੀਂ ਜੀ ਰਹੇ ਹੋ, ਅਤੇ ਫਿਰ ਜੇ ਉੱਥੇ ਪਹੁੰਚਦੇ ਜੇ ਤਾਂ ਫਿਰ ਤੁਹਾਨੂੰ ਕੋਈ ਹਿਲਾ ਨਹੀਂ ਸਕਦਾ ਉਸ ਥਾਂ ਦੇ ਉੱਤੋਂ। ਜਿੱਥੇ ਤੁਸੀਂ ਹੋ ਉੱਥੇ ਫਿਰ ਤੁਸੀਂ ਹੀ ਹੋ।
मैं एक शब्द असी शुरू करिए। दातार कहते रामकली महला तीजा आनंद। रामकली राग का नाम है। जिद्दां असी सोदर दे विच पढ़िया आसा महला पहला, आसा महला जिहड़ा है चौथा, आसा महला चौथा, आसा महला पंजवां। इहदा मतलब की सी? राग आसा ते सतगुरु जिन्हां दा नाम आ गया उन्हां दी बाणी। इसे तरह रामकली राग है। कुल 31 राग ने गुरु ग्रंथ साहिब महाराज दे अंदर। रामकली राग सवेर वेले दे समय पढ़िया जाता है। ये राग गुरबाणी गायन दे विच बड़ा प्यारा राग है। महला तीजा, तीजे सतगुरु, तीसरे सतगुरु गुरु अमरदास साहिब महाराज जी की ये बाणी है। बाणी का नाम की है? आनंद। और असी सत्कार दे विच की कह रहे हाँ? आनंद साहिब। अमृत संचार की ये 5वीं बाणी है। अमृत संचार के वेले जदों अमृत का बाटा तैयार होंदा है, 5 प्यारे सिंह जिहड़े ने वो इस बाणी नूं पढ़ते हैं। असी भी सवेर के नितनेम दे विच लगभग इस बाणी नूं पढ़ते हाँ। मैं बेनती करा इस बाणी नूं पढ़िए तो समझिए, एवें किते पिछे ना रख देना। जिन्हां ने इस पासे वाल ध्यान दिवाया है, सतगुरु कह रहे ने एक ओंकार सतगुर प्रसाद। अकाल पुरख वाहिगुरु एक है तो एक रस व्यापक है। एक रस व्यापक का मतलब हर थां दे उत्ते ओना। बंदे दे विच ज़्यादा, पशु दे विच घट नहीं, पशु दे विच ज़्यादा ते पत्थर दे विच घट नहीं। हर एक थां दे उत्ते ओना ही है। जिहदे विचों असीं सुखमनी साहिब दे विच पढ़दे हाँ, बन तिन परबत है पार ब्रह्म। हर एक थां दे उत्ते मालिक एक ओंकार सतगुर प्रसाद। ते जिहड़ा हमेशा कायम रहन वाला है वो वाहिगुरु, वो गुरु दे प्रसाद दे नाल, गुरु दी किरपा दे नाल जिंदगी दे विच मिलदा है। और सारी व्याख्या आनंद ते गुर प्रसाद दी ही है। शब्द असी शुरू करिए। आनंद भया मेरी माए सतगुरु मैं पाया। जिस दिन असी ये व्याख्या करते पे सी ना, आखां जीवां विसरै मर जाऊं, आखण औखा साचा नाओ। उत्थे फिर पंक्ति आउंदी है, सो क्यों विसरै मेरी माए साचा साहिब साचा नाए। उत्थे भी गुरु नानक साहिब महाराज एक शब्द संबोधन करते पे ने मां नूं। इत्थे भी गुरु अमरदास साहिब महाराज कह रहे ने आनंद भया मेरी माए। कई मां का अर्थ सतगुरु करते हैं, पर सतगुरु की गल तो अगे की जा रही है। पर एक गल सोच के वेखना, साडी जिंदगी दे विच कुछ भी असीं अचीव किया होवे ना, सब तो पहला किहनूं खबर देने असीं? ते जे किसी नूं खबर दे भी दित्ती है, ਜਦੋਂ तक तुसीं वो गल अपनी मां नूं नहीं सुणा देंदे, अपने परिवार नूं नहीं सुणा देंदे, तुहानूं इंज लगेगा कि अजे रह गए ने सारे, अजे मैं किसी को दसिया ही नहीं। पता नहीं असी जिंदगी ये चीज़ां कीतियां होणगियां कि नहीं कीतियां होणगियां, पर मैनूं तो इस तरह लगता है सारिਆਂ ਨੂੰ दस दिता है, घरदिਆਂ ਨੂੰ अजे दसिया ही नहीं। तो मन दे विच किते ना किते घाट लगती है भी नहीं अजे तो घर दसना है। हालात नहीं बने, जो दसिया तो फिर लगा भी हुण मैं संतुष्ट हाँ। गुरु नानक साहब उत्थे महाराज उत्थे कहंदे ने भी ए मां मैनूं वाहिगुरू भुल क्यों जाता है, वो साडे लई गल है। इत्थे सतगुरु कह रहे ने भी मैं गुरु नूं पा लिया है तो यह मेरी मां जिंदगी दे विच आनंद ही आनंद है। इहदा मतलब है भी जिंदगी की सब तो कीमती गल दसण दे लई भी सब तो पहला किहनूं लभ्या जा रहा है? मां नूं लभ्या जा रहा भी मैं तैनूं गल दसणी है। एक गल तो पक्की है, जिहड़े ध्यान दे नाल वो सुणदी है, होर कोई सुण ही नहीं सकदा, भावें किन्ना भी नेड़े हो, कोई नहीं सुणदा उहदे तों इलावा। जिन्हें ध्यान दे नाल वो सुणदी है, वो कदी तुसीं इस गल नूं सोच के वेखना, बीमार भी होवेगी ना तां भी उठ के गल सुण लैंदी भी मेरे बच्चे गल करदे पए ने, वो सुण लैंदी है। बाकियां नूं तुसीं सुणाओ, चंगे भले ठीक होणगे, गल सुणदे इंज सुणनगे जिद्दां बीमार हुंदे ने। ये फर्क है इन्हां चीज़ां दे विच। असी रिश्तिਆਂ ਨੂੰ किस पासे तो वेखते हाँ। बड़े पवित्र प्यार की गल गुरु साहब ने इत्थे कीती है। हुण असी शब्द नूं समझीए। सतगुरु कहंदे आनंद भया। आनंद है कि दो तरीकों का आनंद है जिन्हों अज असी समझते पे हाँ। तो असी एक चीज़ नूं बड़ा अजकल प्रैफरेंस दे रहे हैं। उस आनंद नूं कहा जा रहा है फिजिकली, शरीरक आनंद।
ਮਤਲਬ ਮੇਰੇ ਸੌਣ ਦੇ ਲਈ ਸਭ ਤੋਂ ਕੀਮਤੀ ਸਮਾਨ ਹੋਵੇ, ਜਿੱਤੇ ਬੈਠਾਂ ਅਤੇ ਬਸ ਮੈਨੂੰ ਮਜ਼ਾ ਆਵੇ। ਆਨੰਦ ਦੀ ਥਾਂ 'ਤੇ ਮੈਂ ਮਜ਼ਾ ਸ਼ਬਦ ਵਰਤਾਂਗਾ, ਉਹ ਮਜ਼ੇ ਵਾਲਾ ਸਾਧਨ ਹੈ, ਆਨੰਦ ਕੁਝ ਹੋਰ ਹੈ। ਮੇਰੇ ਸਾਹਮਣੇ ਉਹ ਖਾਣਾ ਹੋਣਾ ਚਾਹੀਦਾ ਹੈ ਜਿਹਨੂੰ ਖਾ ਕੇ ਮੈਨੂੰ ਇੰਝ ਲੱਗੇ ਕਿ ਹਾਂ ਕਿਸੇ ਨੇ ਨਹੀਂ ਸੀ ਖਾਧਾ, ਮੈਂ ਖਾਧਾ ਹੈ, ਕਿਉਂਕਿ ਮੈਨੂੰ ਲੱਗਦਾ ਵੀ ਖਾਣੇ ਦੇ ਵਿੱਚ ਬੜਾ ਆਨੰਦ ਹੈ। ਮੇਰੇ ਕੋਲ ਉਹ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਚੀਜ਼ ਕਿਸੇ ਦੇ ਕੋਲ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਮੇਰੇ ਕੋਲ ਹੋਵੇ। ਇਹ ਅਸਲ ਦੇ ਵਿੱਚ ਨਾ ਸਾਡਾ ਮਾਈਂਡ ਗ੍ਰੈਬ ਕੀਤਾ ਜਾਂਦਾ ਹੈ ਮਾਰਕੀਟਿੰਗ ਦੇ ਵਿੱਚ, ਅਤੇ ਉਹ ਫਿਰ ਸਾਨੂੰ ਪਹਿਲਾਂ ਚੀਜ਼ਾਂ ਵਿਖਾਉਂਦੇ ਨੇ, ਵਿਖਾ ਹੀ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਹੀ ਏਡੇ ਕਮਾਲ ਦੀ ਹੁੰਦੀ ਹੈ ਵੀ ਸਾਨੂੰ ਘਰ 'ਚ ਪਈਆਂ ਚੀਜ਼ਾਂ ਬੇਕਾਰ ਲੱਗਣ ਲੱਗ ਪੈਂਦੀਆਂ ਨੇ ਅਤੇ ਬਾਹਰ ਪਈਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ, ਔਰ ਘਰ ਦੇ ਵਿੱਚ ਆਉਂਦੀਆਂ ਉਹ ਚੀਜ਼ਾਂ ਸਾਨੂੰ ਬੇਕਾਰ ਲੱਗਣ ਲੱਗ ਪੈਂਦੀਆਂ ਨੇ, ਉੱਥੇ ਰਹਿ ਜਾਂਦੀਆਂ ਨੇ ਫਿਰ ਸੋਹਣੀਆਂ ਦੀਆਂ ਸੋਹਣੀਆਂ ਚੀਜ਼ਾਂ। ਇਹ ਇੱਕ ਰੂਲ ਹੈ, ਇਹ ਸਾਡਾ ਦਿਮਾਗ ਘੁਮਾਇਆ ਜਾਂਦਾ ਹੈ, ਇਹ ਅਲੱਗ ਗੱਲ ਹੈ। ਪਰ ਬਹੁਤਿਆਂ ਨੂੰ ਇੰਝ ਲੱਗਦਾ ਆਨੰਦ ਕਿਹਦੇ ਵਿੱਚ ਹੈ, ਸਰੀਰ ਦੇ ਸਾਰੇ ਸੁੱਖ ਮੌਜੂਦ ਹੋਣ ਫਿਰ ਬੜਾ ਆਨੰਦ ਹੈ। ਇਹ ਨਹੀਂ ਕਿ ਸੁੱਖ ਹੋਣੇ ਨਹੀਂ ਚਾਹੀਦੇ, ਪਰ ਸੋਚ ਕੇ ਵੇਖੋ, ਬਹੁਤਿਆਂ ਨੂੰ ਇੰਝ ਲੱਗਦਾ ਹੋਵੇਗਾ ਵੀ ਆਨੰਦ ਦਾ ਮਤਲਬ ਹੈ ਤੁਸੀਂ ਤਖਤ ਦੇ ਉੱਤੇ ਬੈਠੇ ਹੋਵੋ, ਤੁਸੀਂ ਵਧੀਆ ਬੈੱਡ 'ਤੇ ਬੈਠੇ ਹੋਵੋ, ਹੱਥ ਤੁਹਾਡੇ ਕੋਈ ਰਿਮੋਟ ਹੋਵੇ ਜਾਂ ਰਿਮੋਟ ਵੀ ਨਾ ਹੋਵੇ, ਹੁਣ ਤਾਂ ਸੌਖਾ ਹੈ ਵੀ ਤੁਸੀਂ ਬਸ ਮੂੰਹ ਦੇ ਨਾਲ ਕਮਾਂਡ ਕਰੋ ਅਤੇ ਤੁਹਾਡੇ ਕੋਲ ਕੋਈ ਰੋਬੋਟ ਜਾਂ ਤੁਹਾਡੇ ਕੋਲ 7-8 ਸੇਵਕ ਇੱਦਾਂ ਦੇ ਹੋਣ ਵੀ ਤੁਸੀਂ ਮੂੰਹ ਦੇ ਵਿੱਚੋਂ ਇੱਕ ਗੱਲ ਕਰੋ ਅਤੇ ਬਸ ਉਹ ਤੁਹਾਡੀ ਗੱਲ ਪੂਰੀ ਕਰਨ ਦੇ ਲਈ ਹਰ ਵੇਲੇ ਖੜ੍ਹੇ ਹੋਣ, ਅਤੇ ਬੜਾ ਵਧੀਆ ਆਨੰਦ ਹੈ ਇਸ ਚੀਜ਼ ਦੇ ਵਿੱਚ। ਮੈਨੂੰ ਆਪਣੇ ਬੈੱਡ ਤੋਂ ਉੱਠ ਕੇ ਹੱਥ ਨਾ ਹਿਲਾਉਣਾ ਪਵੇ, ਕਿਸੇ ਕੰਮ 'ਤੇ ਨਾ ਜਾਣਾ ਪਵੇ, ਜੋ ਮੈਂ ਇੱਛਾ ਚਾਹੁੰਦਾ ਹਾਂ, ਜੋ ਮੈਂ ਸੋਚਦਾ ਹਾਂ ਉਹ ਹੋ ਜਾਵੇ, ਬੜਾ ਆਨੰਦ ਹੈ ਇਸ ਜ਼ਿੰਦਗੀ ਦੇ ਵਿੱਚ। ਬਹੁਤਿਆਂ ਨੂੰ ਇਹੋ ਆਨੰਦ ਲੱਗਦਾ ਜਦੋਂ ਅਸੀਂ ਕੰਮ ਕਰਦੇ ਨਾ 8-8 ਘੰਟੇ, ਅਤੇ ਫਿਰ ਹਫ਼ਤੇ ਬਾਅਦ ਕਿਤੇ ਜਦੋਂ ਐਤਵਾਰ ਆਉਂਦਾ ਹੈ, ਚਲੋ ਹੁਣ ਤਾਂ ਹਾਲਾਤ ਵੱਖਰੇ ਹੋ ਗਏ ਨੇ, ਹਫ਼ਤੇ ਬਾਅਦ ਐਤਵਾਰ ਆਉਂਦਾ ਅਤੇ ਫਿਰ ਅਸੀਂ ਕਹਿੰਦੇ ਹਾਂ ਵਾਹ ਜਿੱਦਾਂ ਦਾ ਐਤਵਾਰ ਆ ਬਾਕੀ 6 ਦਿਨ ਇੱਦਾਂ ਦੇ ਵੀ ਹੋ ਜਾਣ ਅਤੇ ਕਿੱਡੇ ਕਮਾਲ ਦਾ ਹੋਵੇ। ਅਤੇ ਜਿਨ੍ਹਾਂ ਦੇ 6 ਦਿਨ ਇੱਦਾਂ ਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਐਤਵਾਰ ਕਿੱਥੇ ਆ ਗਏ, ਵੀ ਜਿੱਦਾਂ ਦੇ 6 ਉੱਦਾਂ ਦਾ ਹੀ 7ਵਾਂ, ਉਹਨਾਂ ਲਈ ਕੋਈ ਫਰਕ ਨਹੀਂ। ਇਹ ਮੈਂ ਇਸ ਕਰਕੇ ਕਹਿ ਰਿਹਾ ਹਾਂ, ਜਦੋਂ ਅਸੀਂ ਸੋਚਦੇ ਹਾਂ ਨਾ ਵੀ ਬਸ ਜ਼ਿੰਦਗੀ ਦਾ ਮਤਲਬ ਆਨੰਦ ਇਹ ਹੈ ਵੀ ਬਸ ਮੰਜੇ 'ਤੇ ਲੇਟੋ ਅਤੇ ਸਾਰਾ ਕੁਝ ਉੱਥੇ ਔਡਰ ਕਰੀ ਜਾਓ, ਮਾਂ ਪਿਓ ਵੀ ਨੌਕਰਾਂ ਵਾਂਗੂ ਲੱਗਦੇ ਨੇ, ਬਾਕੀ ਚੀਜ਼ਾਂ ਵੀ ਨੌਕਰਾਂ ਵਾਂਗੂ ਲੱਗਦੀਆਂ ਨੇ ਵੀ ਸਾਰੇ ਜਾਣੇ ਆ ਕੇ ਹੁਣ ਅਸੀਂ ਮਹਾਰਾਜ ਜੰਮ ਪਏ ਹਾਂ ਆਪਣੇ ਘਰ ਦੇ ਵਿੱਚ ਅਤੇ ਸਾਡੇ ਔਡਰ ਪੂਰੇ ਕਰੋ, ਇੱਦਾਂ ਹੀ ਹੋ ਰਿਹਾ। ਅਤੇ ਉਹਦੇ ਵਿੱਚ ਹੁੰਦਾ ਪਤਾ ਕੀ ਹੈ, ਫਿਰ 10 ਸਾਲਾਂ ਬਾਅਦ 12 ਸਾਲਾਂ ਬਾਅਦ ਜਿਹੜਾ ਬੰਦਾ ਤਾਂ ਬਾਹਰ ਜਾ ਕੇ ਮਿਹਨਤ ਕਰਦਾ ਉਹ ਸੌਖਾ ਹੋ ਜਾਂਦਾ ਹੈ, ਅਤੇ ਜਿਹੜਾ ਇੱਦਾਂ ਦੇ ਬੈੱਡ ਨਾਲ ਜੁੜੇ ਰਹਿੰਦੇ ਨੇ ਉਹ ਦੁੱਖ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਇੱਕੋ ਪੰਕਤੀ 'ਚ ਗੱਲ ਕਲੀਅਰ ਕਰ ਦਿੱਤੀ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਜਿਹੜੇ ਜਿਉਂਦੇ ਜੀ ਚੰਗੇ ਭਲੇ ਹੋ ਕੇ ਬੈੱਡ ਦੇ ਨਾਲ ਜੁੜੇ ਰਹਿੰਦੇ ਨੇ ਨਾ, ਕਰਦੇ ਕੁਝ ਨਹੀਂ, ਸਾਰਾ ਦਿਨ ਬਸ ਮੋਬਾਈਲ ਘੁਮਾ ਛੱਡਿਆ। ਠੀਕ ਹੈ, ਜੋਬ ਹੈ ਨਾ, ਕੁਰਸੀ 'ਤੇ ਬੈਠਣਾ ਵੀ ਤਾਂ ਜੋਬ ਹੈ, ਅਸੀਂ ਕਹੀਏ ਸਾਰਾ ਦਿਨ ਤਾਂ ਕੁਰਸੀ 'ਤੇ ਬੈਠਾ ਰਹਿੰਦਾ, ਪਰ ਕੰਮ ਤਾਂ ਕਰਦਾ ਪਿਆ ਹੈ ਨਾ। ਸਿਰਫ ਵਿਹਲੇ ਹੋ ਕੇ ਔਡਰ ਦੇਣ ਵਾਲੀ ਜ਼ਿੰਦਗੀ ਜਿਹੜੀ ਹੋ ਚੁੱਕੀ ਆ, ਕਰਨਾ ਕੁਝ ਨਹੀਂ, ਬਸ ਐਵੇਂ ਟਾਈਮ ਪੂਰਾ ਕਰਦੇ ਪਏ ਨੇ ਇਸ ਧਰਤੀ ਦੇ ਉੱਤੇ ਆ ਕੇ। ਸਤਿਗੁਰੂ ਕਹਿੰਦੇ ਕੀ ਹੋ ਗਿਆ, ਦੁੱਖ ਦਾਰੂ ਸੁੱਖ ਰੋਗ ਪਿਆ। ਇੰਨਾ ਸੁੱਖ ਲਿਆ ਵੀ ਜ਼ਿੰਦਗੀ ਦੁਖੀ ਹੋ ਗਈ, ਅੰਤ ਦੇ ਵਿੱਚ ਬੇਕਾਰ ਦੀ ਜ਼ਿੰਦਗੀ ਜੀ ਕੇ ਚਲੇ ਗਏ। ਉਹਨਾਂ ਨੂੰ ਪੁੱਛੋ ਵੀ ਆਨੰਦ ਕੀ ਹੈ, ਉਹ ਸੋਚਦੇ ਨੇ ਵੀ ਜ਼ਿੰਦਗੀ 'ਚ 10-15 ਸਾਲ ਕਿਤੇ ਪਹਿਲਾਂ ਐਕਸਰਸਾਈਜ਼ ਜਾਂ ਕਿਤੇ ਮਿਹਨਤ ਕੀਤੀ ਹੁੰਦੀ ਅਤੇ ਅੱਜ ਸਰੀਰ ਦੀ ਆਹ ਹਾਲਤ ਨਾ ਹੁੰਦੀ। ਔਰ ਇਸ ਸੱਚੀ ਗੱਲ ਜੇ ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਵਾਲੇ ਬੰਦੇ ਵੇਖ ਲੈਣਾ, ਤੁਹਾਨੂੰ ਆਪਣੇ ਆਪ ਹੀ ਫਰਕ ਪਤਾ ਲੱਗ ਜਾਵੇਗਾ। ਸਤਿਗੁਰੂ ਕਹਿ ਰਹੇ ਨੇ ਆਨੰਦ ਭਇਆ ਮੇਰੀ ਮਾਏ, ਅਤੇ ਇੱਕ ਆਨੰਦ ਨੂੰ ਅਸੀਂ ਸਮਝ ਲਿਆ ਹੈ ਫਿਜ਼ੀਕਲੀ ਮੇਰੇ ਕੋਲ ਸਾਰਾ ਕੁਝ ਹੋਵੇ ਅਤੇ ਮੈਂ ਆਨੰਦ ਦੇ ਵਿੱਚ ਹਾਂ। ਕਿੰਨੇ ਕੁ ਚਿਰ ਆਨੰਦ ਨੂੰ ਤੁਸੀਂ ਮਾਣ ਲਵੋਗੇ? ਮੈਂ ਬੇਨਤੀ ਕਰ ਦੇਵਾਂ, ਫਿਜ਼ੀਕਲੀ ਆਨੰਦ ਸਿਰਫ ਉਦਣ ਤੱਕ ਮਜ਼ਾ ਦਿੰਦਾ ਹੈ ਜਿੱਦਣ ਸਰੀਰ ਦੇ ਵਿੱਚ ਤਾਕਤ ਹੈ, ਅਤੇ ਸਰੀਰ ਦੀ ਤਾਕਤ ਤਾਂ 50-60 ਸਾਲਾਂ ਬਾਅਦ ਛੁੱਟਣੀ ਸ਼ੁਰੂ ਹੋ ਜਾਂਦੀ ਹੈ। 85 ਪੱਗ ਖਿੱਸੈ, ਜਦੋਂ 50 ਸਾਲ ਦੇ ਹੋ ਜਾਂਦੇ ਆ ਨਾ, ਫਿਰ ਸਰੀਰ ਤਾਂ ਨੂੰ ਨਹੀਂ ਜਾਂਦਾ, ਫਿਰ ਤਾਂ ਵਾਪਸ ਨੂੰ ਹੀ ਆਉਂਦਾ, ਅਤੇ ਉਹ ਬੜੀ ਸੌਖੀ ਜਿਹੀ ਗੱਲ ਹੋ ਜਾਂਦੀ ਹੈ। ਬਾਬਾ ਫਰੀਦ ਕਹਿੰਦੇ ਨੇ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਅੱਜ ਇਹਨਾਂ ਦੰਦਾਂ ਦੇ ਨਾਲ ਹੁਣ ਚਬਾ ਕੇ ਉਹ ਚੀਜ਼ਾਂ ਵੀ ਖਾ ਲੈਂਦੇ ਆ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਜਾਂ ਨਹੀਂ ਖਾਣੀਆਂ ਚਾਹੀਦੀਆਂ, ਉਹ ਤਾਂ ਬਾਅਦ ਦੀ ਗੱਲ ਹੈ। ਜਿਹੜੀਆਂ ਬਜ਼ੁਰਗਾਂ ਦੇ ਕੋਲੋਂ ਖਾਧੀਆਂ ਨਹੀਂ ਜਾਂਦੀਆਂ, ਕਹਿੰਦੇ ਨਹੀਂ ਮੇਰੇ ਕੋਲ ਖਾਧੀ ਨਹੀਂ ਜਾਣੀ, ਅਸੀਂ ਖਾ ਲੈਂਦੇ ਆ ਨਾ। ਸਾਨੂੰ ਕਿੰਨੀਆਂ ਸਵਾਦ ਲੱਗਦੀਆਂ ਨੇ, ਸਵਾਦ ਉਹਨਾਂ ਨੂੰ ਵੀ ਓਨੀਆਂ ਹੀ ਲੱਗਦੀਆਂ ਨੇ
पर प्रॉब्लम है हुण उहनूं मूँह नहीं ला सकते। क्यों? मजबूरी बन गई है। सरीर का आनंद किन्ने क चिर तक रह गया है? जिन्ना चिर तक सरीर थोड़ी जी ताकत दे विच है। तो मतां किते सोचियो भी बस सरीर की ताकत सारी जिंदगी रहेगी, और जो साडियां अखां दे सामने नज़र आउंदा है साडे वेंदियां वेंदियां साडी पकड़ दे विचों छुट जांदा है, और फिर फ्रस्ट्रेशन पैदा करदा है, गुस्सा पैदा करदा है। जिहड़ी चीज़ सानूं अज आनंद दिंदी है ना, कद नूं सरीर 'चों हिम्मत मुक जांदी है, फिर की हुंदा है उही चीज़ सानूं फ्रस्ट्रेट करदी है कि मैनूं पहिलां तो इंना दिखदा हुंदा सी, हुण क्यों दिखणों हट गया। ਪਹਿਲਾਂ ਤਾਂ ਮੈਂ ਇੰਨੀ ਤਾਕਤ ਦੇ ਨਾਲ ਆਹ ਕੰਮ ਕਰ ਲੈਂਦਾ ਸੀ, ਹੁਣ ਕਿਉਂ ਨਹੀਂ ਕਰ ਪਾਉਂਦਾ। ਆਪਣੇ ਆਪ 'ਤੇ ਫਰਸਟ੍ਰੇਸ਼ਨ। ਜਿੰਨਾ ਸਰੀਰ ਦਾ ਸੁੱਖ ਹੈ ਕਿਤੇ ਨਾ ਕਿਤੇ ਜਾ ਕੇ ਫਰਸਟ੍ਰੇਸ਼ਨ ਦੇ ਵਿੱਚ ਜਾਵੇਗਾ। ਇਹਨੂੰ ਫਿਰ ਮੈਂ ਦੁਹਰਾ ਦੇਵਾਂ, ਇਹ ਨਾ ਸਮਝਣਾ ਵੀ ਸਰੀਰ ਦਾ ਸੁੱਖ ਹੋਣਾ ਨਹੀਂ ਚਾਹੀਦਾ। ਸਰੀਰ ਦਾ ਸੁੱਖ ਹੋਣਾ ਚਾਹੀਦਾ ਹੈ, ਪਰ ਜੇ ਮੰਜ਼ਿਲ ਇਹੋ ਹੀ ਸਮਝ ਲਈ ਹੈ ਨਾ ਵੀ ਸਰੀਰ ਦਾ ਸੁੱਖ ਹੀ ਸੁੱਖ ਹੈ, ਤਾਂ ਫਿਰ ਇਹਨੂੰ ਸਮਝ ਲੈਣਾ ਅਸੀਂ ਮਾਨਸਿਕ ਜ਼ਿੰਦਗੀ ਨੂੰ ਸਮਝ ਹੀ ਨਹੀਂ ਸਕੇ। ਹੁਣ ਇਸ ਸਰੀਰ ਦੇ ਸੁੱਖ ਤੋਂ ਉੱਤੇ ਇੱਕ ਸੁੱਖ ਦੀ ਗੱਲ ਸਤਿਗੁਰੂ ਕਰਦੇ ਨੇ, ਉਹਨੂੰ ਕਿਹਾ ਜਾਂਦਾ ਹੈ ਸਾਡਾ ਆਤਮਿਕ ਸੁੱਖ। ਔਰ ਲਗਭਗ ਸਾਡਾ ਇਹ ਦਰਵਾਜ਼ਾ ਤਾਂ ਬੰਦ ਹੀ ਹੋਇਆ ਪਿਆ ਹੈ। ਜੇ ਥੋੜ੍ਹਾ ਬਹੁਤਿਆਂ ਦਾ ਕਿਤੇ ਖੁੱਲ੍ਹਾ ਵੀ ਹੈ ਤਾਂ ਬਾਕੀ ਸਾਰਿਆਂ ਦਾ ਬੰਦ ਹੈ। ਜਿੱਦਾਂ ਵੇਖੋ ਨਾ, ਉਹ ਲਾਇਬ੍ਰੇਰੀ ਦੇ ਵਿੱਚ ਵੱਖਰੇ ਵੱਖਰੇ ਕਿਤੇ ਕੈਬਿਨ ਬਣੇ ਹੋਣ ਵੀ ਇਸ ਡਿਪਾਰਟਮੈਂਟ ਦੀਆਂ ਆਹ ਬੁੱਕਸ ਪਈਆਂ ਨੇ, ਇਹਦੀਆਂ ਆਹ ਪਈਆਂ ਨੇ, ਅਤੇ ਇੱਕ ਡਿਪਾਰਟਮੈਂਟ ਇੱਦਾਂ ਦਾ ਹੋਵੇ ਜਿਹਦਾ ਕੋਈ ਸਟੂਡੈਂਟ ਹੀ ਨਾ ਹੋਵੇ, ਅਤੇ ਉਸ ਕਿਤਾਬ ਨੂੰ ਕੌਣ ਚੁੱਕੇਗਾ? ਉਹ ਫਿਰ ਉੱਥੇ ਪਏ ਪਏ ਨੂੰ ਲੌਕ ਵੀ ਲੱਗ ਜਾਂਦਾ ਹੈ। ਲੌਕ ਤੋਂ ਬਾਅਦ ਲੌਕ ਨੂੰ ਵੀ ਜੰਗਾਲ ਲੱਗ ਜਾਂਦਾ ਹੌਲੀ ਹੌਲੀ। ਕਿਉਂ? ਕੋਈ ਪੜ੍ਹਨ ਹੀ ਨਹੀਂ ਜਾਂਦਾ। ਹਰ ਕੋਈ ਸਰੀਰ ਦੇ ਬਾਰੇ ਗੱਲਾਂ ਪੜ੍ਹਨ ਦੇ ਲਈ ਬੜਾ ਤਿਆਰ ਹੈ। ਆਤਮਿਕ ਤੌਰ 'ਤੇ ਪੜ੍ਹਨ ਲਈ ਅਸੀਂ ਆਪਣੀ ਪੜ੍ਹਾਈ ਦੇ ਲਈ ਕਿੰਨਾ ਕੁ ਤਿਆਰ ਹਾਂ, ਔਰ ਕਿੰਨਾ ਕੁ ਟਾਈਮ ਦਿੰਦੇ ਹਾਂ ਆਤਮਿਕ ਤੌਰ ਦੇ ਉੱਤੇ ਪੜ੍ਹਾਈ? ਸੋਚਿਓ। ਪੰਕਤੀ ਹੈ ਨਾ, ਸਤਿਗੁਰੂ ਮੈਂ ਪਾਇਆ। ਕਿੰਨੀ ਕੁ ਵਾਰ ਮੈਂ ਕੋਸ਼ਿਸ਼ ਕੀਤੀ ਇਸ ਚੀਜ਼ ਦੀ। ਐਵੇਂ ਕਹਿਣ ਦੀਆਂ ਗੱਲਾਂ ਨੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਧਰਮ ਬੋਲਣ ਵਾਲਿਆਂ ਦੀ ਐਕਟਿੰਗ ਹੈ, ਸੁਣਨ ਵਾਲਿਆਂ ਦੀ ਬਸ ਉਹ ਇੰਜੋਇਮੈਂਟ ਹੈ ਵੀ ਵੇਖ ਕੇ ਆਈਏ ਕੀ ਕਰਦੇ ਪਏ ਨੇ, ਇਹ ਤੋਂ ਵੱਧ ਕੁਝ ਨਹੀਂ। ਔਰ ਇਸੇ ਕਰਕੇ ਜਿੰਨਾ ਵਧੀਆ ਦ੍ਰਿਸ਼ ਤੁਸੀਂ ਸਿਰਜ ਲਓਗੇ ਕਿ 5 ਦਾਲਾਂ ਨੇ, 5 ਸਬਜ਼ੀਆਂ ਨੇ, 5 ਤਰੀਕੇ ਦੇ ਉਹ ਨੇ, 5 ਤਰੀਕੇ ਦੇ ਆਹ ਨੇ, ਜਿੰਨੀਆਂ ਲੰਗਰ ਦੇ ਵਿੱਚ ਤੁਸੀਂ ਜਿਹੜੀਆਂ ਨੇ ਉਹ ਵੈਰਾਈਟੀਜ਼ ਵੱਧ ਕਰ ਲਓਗੇ, ਉਨੀ ਸੰਗਤ ਦੀ ਗਿਣਤੀ ਵੱਧ ਹੋ ਜਾਵੇਗੀ। ਜਿੰਨਾ ਤੁਸੀਂ ਸੋਚੋਗੇ ਵੀ ਨਹੀਂ ਲੰਗਰ ਨਹੀਂ ਹੈਗਾ, ਛੱਡ ਪਰਾਂ, ਉੱਥੇ ਕਿਹੜਾ ਲੰਗਰ ਹੈ। ਇਹ ਨਹੀਂ ਕਿ ਲੰਗਰ ਹੋਣਾ ਨਹੀਂ ਚਾਹੀਦਾ, ਹੋਣਾ ਚਾਹੀਦਾ ਹੈ। ਚਲੋ ਇਸ ਪਾਸੇ ਦੀ ਅਸੀਂ ਗੱਲ ਨਹੀਂ ਕਰਾਂਗੇ। ਸਤਿਗੁਰੂ ਕਹਿ ਰਹੇ ਨੇ ਆਨੰਦ ਹੈ ਇੱਕ ਇਹੋ ਜਿਹੀ ਅਵਸਥਾ। ਕਿਹੜੀ ਅਵਸਥਾ? ਜਿਹਦੇ ਵਿੱਚ ਤੁਸੀਂ ਜਿਵੇਂ ਦੇ ਵੀ ਹੋ, ਤੁਹਾਨੂੰ ਉਸੇ ਵੇਲੇ ਹੀ ਸਕੂਨ ਮਿਲਦਾ ਹੈ। ਤੁਸੀਂ ਜਿਵੇਂ ਦੇ ਵੀ ਹੋ, ਇੱਛਾ ਦੇ ਵਿੱਚ ਨਹੀਂ ਜੀਂਦੇ ਵੀ ਹਾਂ ਆਹ ਮੇਰੇ ਕੋਲ ਹੋਵੇਗਾ ਅਤੇ ਫਿਰ ਮੈਨੂੰ ਬੜਾ ਆਨੰਦ ਮਿਲ ਜਾਵੇਗਾ। ਅੱਜ ਅਸੀਂ ਜੀ ਰਹੇ ਹਾਂ ਇਸ ਗੱਲ ਦੇ ਵਿੱਚ। ਅਸੀਂ ਪਤਾ ਕੀ ਸੋਚ ਕੇ ਬੈਠੇ ਹੋਏ ਹਾਂ? ਪਤਾ ਨਹੀਂ ਕਿੰਨਾ ਚਿਰ ਹੋ ਗਿਆ ਇਹੋ ਚੀਜ਼ ਸੋਚਦਿਆਂ ਨੂੰ। ਗੁਰੂ ਅਰਜਨ ਸਾਹਿਬ ਮਹਾਰਾਜ ਤਾਂ ਇੱਦਾਂ ਕਹਿੰਦੇ ਨੇ, ਇਆਹੂੰ ਜੁਗਤ ਬਿਹਾਨੇ ਕਈ ਜਨਮ। ਇਹੋ ਕੁਝ ਕਰਦੀਆਂ ਜ਼ਿੰਦਗੀ ਲੰਘ ਗਈ ਹੈ। ਜਦੋਂ ਤੋਂ ਅਸੀਂ ਸਿਆਣੇ ਹੋ ਗਏ ਨਾ, ਜਾਂ ਇੱਦਾਂ ਕਹਿ ਰਹੀ ਵੀ ਕਮਾਈ ਕਰਨ ਦਾ ਸਾਨੂੰ ਪਤਾ ਲੱਗ ਗਿਆ, ਫਿਰ ਅਸੀਂ ਪਤਾ ਕੀ ਸੋਚਣਾ ਸ਼ੁਰੂ ਕੀਤਾ ਹੈ? ਬਸ ਆਹ ਚੀਜ਼ ਖਰੀਦ ਲਈ, ਫਿਰ ਮਜ਼ਾ ਹੈ, ਫਿਰ ਜ਼ਿੰਦਗੀ ਦੇ ਵਿੱਚ ਆਨੰਦ ਹੈ। ਉਹ ਖਰੀਦ ਲਈ ਜਾਂਦੀ ਹੈ, ਉਹ ਘਰ ਦੇ ਵਿੱਚ ਆ ਜਾਂਦੀ ਹੈ। ਅਤੇ ਮੈਂ ਬੇਨਤੀ ਕੀਤੀ ਹੈ ਵੀ ਘਰ 'ਚ ਆਉਂਦੇ ਪੁਰਾਣੀ ਲੱਗਣ ਲੱਗ ਪੈਂਦੀ ਹੈ। ਹੁਣ ਨਵੀਂ ਚੀਜ਼ ਖਰੀਦੀਏ, ਫਿਰ ਨਵੀਂ ਚੀਜ਼ ਖਰੀਦ ਲਈ, ਫਿਰ ਉਹ ਵੀ ਪੁਰਾਣੀ ਲੱਗਣ ਲੱਗ ਪਈ। ਕੀ ਹੋ ਗਿਆ? ਇੱਕ ਸਰਕਲ ਚੱਲਦਾ ਪਿਆ ਹੈ। ਆ ਵੀ ਖਰੀਦ ਲਓ, ਇਹ ਘਰ ਦੇ ਵਿੱਚ ਆ ਗਿਆ, ਹੁਣ ਕੁਝ ਨਵਾਂ ਖਰੀਦ ਲਓ। ਲੋੜਾਂ ਜ਼ਰੂਰੀ ਨੇ, ਸਾਰਾ ਕੁਝ ਜ਼ਰੂਰੀ ਹੈ, ਉਸ ਪਾਸੇ ਦੀ ਗੱਲ ਨਹੀਂ। ਪਰ ਮੈਂ ਕੀ ਸੋਚਦਾ ਪਿਆ ਸੀ ਕਿ ਜੋ ਚੀਜ਼ ਮੇਰੇ ਕੋਲ ਨਹੀਂ ਹੈ, ਸਾਰਾ ਆਨੰਦ ਉੱਥੇ ਹੀ ਛੁਪਿਆ ਪਿਆ ਹੈ। ਇਹ ਆਵੇਗੀ ਅਤੇ ਫਿਰ ਮੈਂ ਆਨੰਦਿਤ ਹੋ ਜਾਵਾਂਗਾ, ਫਿਰ ਮੈਂ ਸਕੂਨ ਦੇ ਵਿੱਚ ਹੋ ਜਾਵਾਂਗਾ। ਉਹ ਚੀਜ਼ ਆ ਗਈ, ਆਨੰਦ ਫਿਰ ਬਾਹਰ ਦਾ ਬਾਹਰ ਹੀ ਕਿਤੇ ਰਹਿ ਗਿਆ। 2-4 ਦਿਨ ਬੜੀ ਖੁਸ਼ੀ ਹੋਈ। ਉਹ ਇੱਕ ਗੱਲ ਕੀਤੀ ਜਾਂਦੀ ਹੁੰਦੀ ਨਾ ਪੰਜਾਬੀ ਦੇ ਵਿੱਚ, ਨਵਾਂ 9 ਦਿਨ ਪੁਰਾਣਾ 100 ਦਿਨ। ਉਹ 9 ਕੁ ਦਿਨ ਹੀ ਨਵਾਂ ਲੱਗਦਾ, ਬਾਅਦ 'ਚ ਤਾਂ ਫਿਰ ਉੱਦਾਂ ਦਾ ਹੀ ਹੋ ਜਾਂਦਾ। ਵੇਖੋ ਹੁਣ ਸੂਟ ਨਵਾਂ ਖਰੀਦਿਆ ਹੋਵੇ ਤਾਂ ਬੰਦਾ ਦਿਖਾਉਂਦਾ ਵੀ ਆਹ ਵੇਖੋ ਮੈਂ ਨਵਾਂ ਲਿਆਂਦਾ, ਆਹ ਵੇਖੋ ਮੈਂ ਨਵਾਂ ਲਿਆਂਦਾ। ਬਾਅਦ 'ਚ ਉਹੀ ਕਿਤੇ 10 ਵਾਰ ਪਾ ਲਏ ਸੂਟ, ਅਤੇ ਸੂਟ ਹੀ ਰਹਿੰਦਾ, ਬਾਅਦ 'ਚ ਵਿਖਾਉਂਦਾ ਕਦੀ ਨਵਾਂ ਲਿਆ, ਪੁਰਾਣਾ ਹੋ ਗਿਆ ਨਾ। ਹੁਣ ਸੂਟ ਦੀ ਤਾਂ ਚਲੋ ਅਸੀਂ ਗੱਲ ਕਰ ਲਈਏ, ਜ਼ਿੰਦਗੀ ਦੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਵਾਰ-ਵਾਰ ਵਿਖਾਉਂਦੇ ਫਿਰਦੇ? ਆਨੰਦ ਫਿਰ ਕਿਤੇ ਰਹਿ ਗਿਆ। ਸਾਨੂੰ ਲੱਗਦਾ ਸੀ ਵੀ ਚੀਜ਼ ਜਿਹੜੀ ਆ ਆਵੇਗੀ ਅਤੇ ਆਨੰਦ ਆਵੇਗਾ, ਆਨੰਦ ਬਾਹਰ ਹੀ ਰਹਿ ਗਿਆ, ਚੀਜ਼ ਇਕੱਲੀ ਘਰ ਦੇ ਵਿੱਚ ਆ ਗਈ। ਇਹਦਾ ਮਤਲਬ ਹੈ ਕਿ ਆਨੰਦ ਕਿੱਥੇ ਸੀ? ਆਨੰਦ ਚੀਜ਼ ਦੇ ਵਿੱਚ ਨਹੀਂ ਸੀ, ਆਨੰਦ ਤਾਂ ਸਾਡੇ ਅੰਦਰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੇ ਅਸੀਂ ਘਰ ਦੀ ਹਾਲਤ ਵੇਖੀਏ ਨਾ, ਤੁਸੀਂ 2 ਫਰਕ ਵੇਖ ਲੈਣਾ ਇਹਦੇ ਵਿੱਚ। ਉਹ ਜਿੱਥੇ ਵੀ ਜਾਂਦੇ ਨੇ ਉੱਥੇ ਹੀ ਆਨੰਦ ਹੈ। ਮੈਂ ਕਦੀ ਇੱਦਾਂ ਸੋਚਦਾ, ਮੈਂ ਤਾਂ ਥਾਵਾਂ ਦੇ ਵਿੱਚ ਆਨੰਦ ਬਣਾ ਕੇ ਬੈਠਾ ਹਾਂ। ਮੈਨੂੰ ਤਾਂ ਜੀ ਆਪਣੇ ਘਰ ਤੋਂ ਬਿਨਾਂ ਨੀਂਦ ਹੀ ਨਹੀਂ ਆਉਂਦੀ। ਕਿੰਨੇ ਕੁ ਦਿਨ ਨਹੀਂ ਆਵੇਗੀ?
2 ਦਿਨ ਨਹੀਂ ਆਵੇਗੀ, 3 ਦਿਨ ਨਹੀਂ ਆਵੇਗੀ, ਸਰੀਰ ਆਦਤ ਪਾ ਲਏਗਾ। ਕਿਉਂਕਿ ਮੈਂ ਥਾਂ ਦੇ ਵਿੱਚ ਆਨੰਦ ਰੱਖ ਕੇ ਬੈਠਾ ਹੋਇਆ ਹਾਂ। ਮੈਂ ਤੇ ਇੱਕ ਆਪਣਾ ਜਿਹਨੂੰ ਕਹਿੰਦੇ ਨਾ ਵੀ ਕੰਫਰਟ ਜ਼ੋਨ ਬਣਾ ਲਿਆ ਵੀ ਮੈਂ ਨਹੀਂ ਇਹਦੇ ਵਿੱਚੋਂ ਬਾਹਰ ਨਿਕਲਦਾ। ਉਹਨੂੰ ਹੀ ਜ਼ਿੰਦਗੀ ਦੇ ਵਿੱਚ ਸਕੂਨ ਸਮਝ ਲਿਆ ਅਤੇ ਉਹਨੂੰ ਹੀ ਆਨੰਦ ਸਮਝ ਲਿਆ ਹੈ। ਉਹ ਜਦੋਂ ਕਿਤੇ ਬਾਹਰ ਨਿਕਲਦਾ ਹੈ ਇੰਝ ਲੱਗਦਾ ਵੀ ਹਾਏ ਮੈਂ ਕਿਤੇ ਖਤਮ ਹੀ ਨਾ ਹੋ ਜਾਵਾਂ, ਮੈਂ ਕਿਤੇ ਮੁੱਕ ਹੀ ਨਾ ਜਾਵਾਂ। ਕੰਫਰਟ ਜ਼ੋਨ ਛੱਡਣਾ ਇੰਝ ਲੱਗਦਾ ਜਿੱਦਾਂ ਆਨੰਦ ਖਤਮ ਹੋ ਜਾਵੇਗਾ ਜ਼ਿੰਦਗੀ ਦੇ ਵਿੱਚੋਂ। ਸ਼ਾਇਦ ਅਸੀਂ ਇਸ ਗੱਲ ਨੂੰ ਸਮਝ ਸਕੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਿਤਾ ਜੀ ਸੀ ਪਟਵਾਰੀ ਸੀ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਸ ਗੱਲ ਦਾ। ਹੁਣ ਜੋ ਗੁਰੂ ਨਾਨਕ ਸਾਹਿਬ ਦੇ ਪਿਤਾ ਪਟਵਾਰੀ ਨੇ ਅਤੇ ਉਹਨਾਂ ਦੇ ਘਰ ਦੇ ਵਿੱਚ ਪਸ਼ੂ ਵੀ ਨੇ, ਮੱਝਾਂ ਚਾਰਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੇ ਵਿੱਚੋਂ ਤੁਸੀਂ ਪੜ੍ਹਿਆ ਸਾਰਿਆਂ ਨੇ। ਉਹਨਾਂ ਦੇ ਘਰ ਦੇ ਵਿੱਚ ਘਾਟ ਨਹੀਂ ਹੈ ਕਿਸੇ ਚੀਜ਼ ਦੀ, ਕੋਈ ਤੋੜ ਨਹੀਂ। ਉਹੀ ਬਾਬਾ ਹੈ ਜਿਹਦੇ ਘਰ ਦੇ ਵਿੱਚ ਵੈਦ ਆਪ ਆ ਕੇ ਇਲਾਜ ਕਰਦਾ। ਉਹੀ ਬਾਬਾ ਹੈ ਜਿਹਦੇ ਘਰ ਦੇ ਵਿੱਚ ਸਮਾਗਮ ਹੁੰਦਾ ਅਤੇ ਚੰਗੇ ਭਲੇ ਰਿਸ਼ਤੇਦਾਰ ਆਉਂਦੇ ਨੇ। ਤੁਸੀਂ ਸਾਰੀਆਂ ਸਾਖੀਆਂ ਪੜ੍ਹੀਆਂ ਨੇ, ਅਸੀਂ ਵੇਖਾਂਗੇ ਇਹਨਾਂ ਨੂੰ, ਪਰ ਸੋਚ ਕੇ ਵੇਖਿਓ ਜਿਸ ਬਾਬੇ ਦੇ ਘਰ ਦੇ ਵਿੱਚ ਇੰਨੇ ਜਾਣੇ ਲੋਕਾਂ ਦਾ ਆਉਣ ਜਾਣ ਹੋਵੇਗਾ ਕਿ ਬਾਬੇ ਦੇ ਘਰ ਦੇ ਵਿੱਚ ਰੋਟੀ ਕਿਤੇ ਮਾੜੀ ਬਣਦੀ ਹੋਵੇਗੀ, ਕਮਾਲ ਦੀ ਰੋਟੀ ਬਣਦੀ ਹੋਵੇਗੀ। ਅਤੇ ਜਿੱਦਣ ਭਾਈ ਲਾਲੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਨਾ ਕਿ ਸੱਚੇ ਪਾਤਸ਼ਾਹ ਬਹੁਤਾ ਕੁਝ ਮੇਰੇ ਘਰ ਦੇ ਵਿੱਚ ਨਹੀਂ ਹੈ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੋਈ ਨਹੀਂ, ਜੋ ਤੇਰੇ ਘਰ ਦੇ ਵਿੱਚ ਬਣਿਆ ਹੈ ਤੇਰੇ ਨਾਲ ਬੈਠ ਕੇ ਖਾਵਾਂਗੇ, ਕੁਝ ਸਪੈਸ਼ਲ ਬਣਾਉਣ ਦੀ ਲੋੜ ਨਹੀਂ। ਇਹਦਾ ਮਤਲਬ ਹੈ ਕਿ ਹੁੰਦਾ ਸਾਡੇ ਵਰਗਾ ਅਤੇ ਇਹਦੇ ਘਰ 'ਚ ਬਹਿ ਕੇ ਕਿੱਥੇ ਰੋਟੀ ਖਾਵਾਂਗੇ, ਇਹਦੇ ਘਰ 'ਚ ਬਹਿਣ ਦੀ ਕੀ ਲੋੜ ਹੈ। ਔਰ ਸੱਚੀ ਗੱਲ ਜੇ ਇਹ ਲਿਖਿਆ ਵੀ ਹੈ, ਸ਼ਾਇਦ ਭਾਈ ਵੀਰ ਸਿੰਘ ਹੋਣਾ ਨੇ ਇਸ ਗੱਲ ਨੂੰ ਲਿਖਿਆ ਵੀ ਕਹਿੰਦੇ ਜਿੱਦਣ ਕਿਤੇ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ ਸੀ ਨਾ ਬਾਬੇ ਨੇ, ਅਤੇ ਉਹਦੀ ਉਸ ਮੰਜੀ 'ਤੇ ਜਾ ਕੇ ਬੈਠ ਗਿਆ ਬਾਬਾ। ਮੰਜੀ 'ਤੇ ਜਾ ਕੇ ਬੈਠਾ ਅਤੇ ਕਹਿੰਦੇ ਭਾਈ ਮਰਦਾਨਾ ਹੈਰਾਨ ਹੋਈ ਜਾਵੇ ਵੀ ਚੰਗੀ ਭਲੀ ਸੁਲਤਾਨਪੁਰ ਦੀ ਰੋਟੀ ਛੱਡ ਕੇ, ਸੁਲਤਾਨਪੁਰ ਬਾਬੇ ਨੇ ਨੌਕਰੀ ਕੀਤੀ ਹੈ ਅਤੇ ਬੇਬੇ ਨਾਨਕੀ ਵੀ ਘਰ ਦੇ ਵਿੱਚੋਂ ਕਿਤੇ ਮਾੜੇ ਥੋੜ੍ਹਾ ਸੀ। ਅਤੇ ਵੀ ਚੰਗੀ ਭਲੀ ਬਾਬਾ ਨਾਨਕ ਜਿਹੜਾ ਹੈ ਉਹ ਬੇਬੇ ਕਿਆ ਕਮਾਲ ਦਾ ਪ੍ਰਸ਼ਾਦਾ ਤਿਆਰ ਕਰਦੀ ਹੈ। ਸੁਲਤਾਨਪੁਰ 'ਚ ਇੰਨੀ ਇੱਜ਼ਤ, ਸਾਰੇ ਜਾਣੇ ਦੌਲਤ ਖਾਨ ਲੋਧੀ ਵਰਗੇ ਵੀ ਮਾਣ ਕਰਦੇ ਨੇ ਵੀ ਬਾਬਾ ਤੂੰ ਇੱਥੇ ਰਹਿ, ਇਹਨੂੰ ਕੀ ਲੋੜ ਪੈ ਗਈ ਹੈ ਵੀ ਉਹਨਾਂ ਸਾਰਾ ਕੁਝ ਛੱਡ ਕੇ ਅਤੇ ਇੱਥੇ ਇੱਕ ਟੁੱਟੀ ਮੰਜੀ 'ਤੇ ਆ ਕੇ ਬੈਠ ਕੇ ਅਤੇ ਕਹਿੰਦਾ ਤੇਰੇ ਘਰ 'ਚੋਂ ਪ੍ਰਸ਼ਾਦਾ ਖਾਣਾ। ਉਹਦੇ ਮਨ 'ਚ ਫੀਲਿੰਗ ਹੈ ਹੀ ਨਹੀਂ ਹੈ। ਉਹਨੂੰ ਪਤਾ ਵੀ ਜਿੱਦਾਂ ਦਾ ਮੈਂ ਸੁਲਤਾਨਪੁਰ ਖਾਂਦਾ ਹੈ ਨਾ, ਮੈਂ ਭਾਈ ਲਾਲੋ ਦੇ ਕੋਲ ਏਮਨਾਬਾਦ ਬਹਿ ਕੇ ਵੀ ਉੱਦਾਂ ਦਾ ਹੀ ਖਾ ਲਵਾਂਗਾ, ਮੈਨੂੰ ਕੋਈ ਦਿੱਕਤ ਨਹੀਂ ਹੈ। ਪਰ ਮੈਨੂੰ ਨਹੀਂ ਲੱਗਦਾ, ਮੈਨੂੰ ਲੱਗਦਾ ਵੀ ਆਹ ਚੀਜ਼ ਮਿਲੇਗੀ ਅਤੇ ਫਿਰ ਹੀ ਮੈਂ ਬਚਦਾ ਹਾਂ, ਨਹੀਂ ਮਿਲੀ ਅਤੇ ਫਿਰ ਤਾਂ ਮੈਂ ਬਚਦਾ ਹੀ ਨਹੀਂ। ਕਿਉਂਕਿ ਮੈਂ ਆਨੰਦ ਕਿੱਥੇ ਸਾਂਭ ਕੇ ਬੈਠਾ ਹਾਂ, ਆਨੰਦ ਚੀਜ਼ਾਂ ਦੇ ਵਿੱਚ ਸਾਂਭ ਕੇ ਬੈਠਾ ਹੋਇਆ। ਸਤਿਗੁਰੂ ਕਹਿ ਰਹੇ ਨੇ ਭਾਈ ਜ਼ਿੰਦਗੀ ਦੇ ਵਿੱਚ ਕੀ ਹੋਇਆ, ਆਨੰਦ ਭਇਆ। ਅਜੇ ਬੜਾ ਵੱਡਾ ਵਿਸ਼ਾ ਸ਼ਬਦ ਦਾ ਹੈ, ਉਹ ਅਸੀਂ ਨਹੀਂ ਵਿਚਾਰਿਆ ਹੈ। ਆਨੰਦ ਨੂੰ ਸਿਰਫ ਇਸ ਪਾਸੇ ਤੋਂ ਸਮਝਣਾ ਕਿ ਬਾਬਾ ਫਰੀਦ ਜੀ ਦਾ ਜਿਹੜਾ ਸਲੋਕ ਹੈ ਅਸੀਂ ਪੜ੍ਹ ਕੇ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਦੇ ਬਾਰੇ ਸੋਚੀਏ। ਬਾਬਾ ਫਰੀਦ ਕਹਿੰਦੇ ਨੇ ਨਾ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਭਰਾਈ ਚੋਪੜੀ ਨਾ ਤਰਸਾਏ ਜੀਓ। ਜਦੋਂ ਤੇਰਾ ਜੀ ਤਰਸ ਗਿਆ, ਤੇਰਾ ਆਨੰਦ ਬਾਹਰ ਚਲਾ ਗਿਆ, ਤੂੰ ਖਤਮ ਹੈ। ਔਰ ਫਿਰ ਮਨ ਦੇ ਵਿੱਚ ਦੌੜ ਲੱਗੇਗੀ ਵੀ ਕਿੱਦਾਂ ਇਹ ਮੇਰੇ ਕੋਲ ਆਵੇ, ਅਤੇ ਜਿੱਦਣ ਇਹ ਦੌੜ ਲੱਗ ਗਈ ਕਿੱਦਾਂ ਮੇਰੇ ਕੋਲ ਆਵੇ, ਫਿਰ ਜੋ ਮਰਜ਼ੀ ਬੰਦਾ ਕਰੇ, ਜਿੱਦਾਂ ਮਰਜ਼ੀ ਕਰੇ, ਫਿਰ ਉਹਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ। ਬਾਬਾ ਫਰੀਦ ਕਹਿੰਦੇ ਮੈਂ ਇੰਨਾ ਸੰਤੁਸ਼ਟ ਹਾਂ ਵੀ ਜੇ ਕਿਤੇ ਮਿਲ ਜਾਂਦਾ ਹੈ ਤਾਂ ਸੌਖਾ ਹੈ, ਜੇ ਬਹੁਤਾ ਵਧੀਆ ਨਹੀਂ ਵੀ ਨਾ ਮਿਲਦਾ ਪਿਆ, ਪਰ ਮੇਰੀ ਇਮਾਨਦਾਰੀ ਦੇ ਨਾਲ ਕਮਾਇਆ ਹੋਇਆ ਹੈ ਅਤੇ ਮੈਂ ਸੰਤੁਸ਼ਟ ਹਾਂ ਉਸ ਚੀਜ਼ ਦੇ ਵਿੱਚ। ਮੈਂ ਫੋਕੀ ਦੌੜ ਭੱਜ ਦੇ ਵਿੱਚ ਨਹੀਂ ਹਾਂ, ਕਿਉਂਕਿ ਬਹੁਤ ਉਹਨਾਂ ਨੂੰ ਇੰਝ ਲੱਗਦਾ ਵੀ ਦੌੜ ਭੱਜ ਕਰਾਂਗੇ ਅਤੇ ਆਨੰਦ ਹੈ। ਦੌੜ ਕੇ ਪਤਾ ਹੀ ਨਹੀਂ ਕਿੱਥੇ ਰੁਕੇ ਨੇ, ਅੱਜ ਕੱਲ੍ਹ ਸਮਝ ਨਹੀਂ ਲੱਗਦੀ ਰੁਕਦੇ ਕਿੱਥੇ ਨੇ। ਸਤਿਗੁਰੂ ਕਹਿ ਰਹੇ ਨੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਮੈਂ ਗੁਰੂ ਨੂੰ ਪਾਇਆ ਹੈ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਨਾ ਆਨੰਦ ਆ ਗਿਆ ਹੈ। ਆਨੰਦ ਦੀ ਵਿਆਖਿਆ ਮੈਂ ਕੀ ਕਰ ਸਕਦਾ ਹਾਂ, ਮੈਂ ਤਾਂ ਸਮਝ ਸਕਦਾ ਹਾਂ, ਤੁਸੀਂ ਖੁਦ ਸਮਝ ਕੇ ਵੇਖਣਾ। ਮੈਂ ਕੁਝ ਕੁ ਉਦਾਹਰਨਾਂ ਦਿੱਤੀਆਂ ਨੇ ਵੀ ਆਨੰਦ ਸਰੀਰ ਦੇ ਵਿੱਚ ਨਹੀਂ, ਆਨੰਦ ਤੁਹਾਡੇ ਅੰਦਰ ਹੈ। ਆਨੰਦ ਜਿਹੜਾ ਹੈ ਉਹ ਫਿਜ਼ੀਕਲੀ ਨਹੀਂ ਹੈ ਕਿ ਤੁਸੀਂ ਬਸ ਫਿਜ਼ੀਕਲੀ ਕਿੰਨਾ ਲੈ ਸਕਦੇ ਹੋ। ਆਨੰਦ ਇਸ ਗੱਲ ਦੇ ਵਿੱਚ ਹੈ ਤੁਹਾਡੀ ਆਤਮਿਕ ਤੌਰ ਦੇ ਉੱਤੇ ਤੁਸੀਂ ਕਿੰਨੇ ਕੁ ਆਨੰਦਿਤ ਹੋ, ਕਿੰਨੇ ਕੁ ਤੁਸੀਂ ਇਸ ਪਾਸੇ ਦੇ ਉੱਤੇ ਸੋਚ ਕੇ ਬੈਠਦੇ ਹੋ। ਦੂਸਰਾ, ਆਤਮਿਕ ਜੀਵਨ ਨੂੰ ਪ੍ਰਫੁੱਲਿਤ ਕਰਨ ਦੇ ਲਈ ਤੁਸੀਂ ਕਿੰਨੀ ਕੁ ਮਿਹਨਤ ਕਰਦੇ ਹੋ, ਕਿੰਨਾ ਕੁ ਅਭਿਆਸ ਕਰਦੇ ਹੋ, ਬਜਾਏ ਇਸ ਦੇ ਕਿ ਜਿਹੜੀ ਬਾਕੀ ਤੁਹਾਡੀ ਮਟੀਰੀਅਲ ਦੀ ਲਾਈਫ ਹੈ ਉਹਦੇ ਉੱਤੇ ਅਸੀਂ ਕਿੰਨੀ ਮਿਹਨਤ ਕਰਦੇ ਪਏ ਹਾਂ ਅਤੇ ਕਿੰਨਾ ਜ਼ੋਰ ਦੇ ਰਹੇ ਹਾਂ। ਇਹ ਸਾਡਾ ਆਪਣਾ ਨਿੱਜੀ ਤਜਰਬਾ ਹੈ ਵੀ ਅਸੀਂ ਕਿਹੜੀ ਚੀਜ਼ ਦੇ ਉੱਤੇ ਕਿੰਨਾ ਟਾਈਮ ਦੇ ਰਹੇ ਹਾਂ।
ਸਤਿਗੁਰੂ ਮੈਂ ਪਾਇਆ, ਜਦੋਂ ਮੈਂ ਗੁਰੂ ਨੂੰ ਪਾਇਆ ਤੇ ਮਨ ਦੇ ਵਿੱਚ ਆਨੰਦ ਹੀ ਆਨੰਦ ਹੈ। ਫਿਰ ਸਤਿਗੁਰਤਾ ਪਾਇਆ ਸਹਿਜ ਸੇਤੀ, ਐਵੇਂ ਇੱਦਾਂ ਦਾ ਸਤਿਗੁਰੂ ਨਹੀਂ ਪਾਇਆ ਵੀ ਮੈਂ ਉਛਲਦਾ ਫਿਰਦਾ ਪਿਆ। ਸਹਿਜ ਦਾ ਮਤਲਬ ਹੁੰਦਾ ਟਿਕਾ, ਜਿੱਦਾਂ ਬਿਲਕੁਲ ਇੱਦਾਂ ਕਹਿ ਲਈਏ ਵੀ ਐਫਰਟਲੈਸ ਲਾਈਫ ਜਿਹੜੀ ਹੋ ਗਈ ਹੈ। ਜਿੱਦਾਂ ਅਸੀਂ ਹੁਣ ਸਾਨੂੰ ਕੋਈ ਕਹੇ ਵੀ ਅੱਖਾਂ ਬੰਦ ਕਰੋ ਅਤੇ ਇੱਕ ਪੇਪਰ ਲੈ ਲਓ ਅਤੇ ਪੇਪਰ ਦੇ ਉੱਤੇ ਏ ਪਾ ਦਿਓ, ਅਸੀਂ ਸਾਰੇ ਹੀ ਪਾ ਦੇਵਾਂਗੇ। ਕਿਉਂ? ਕਿਉਂਕਿ ਹੁਣ ਸਹਿਜ ਦੇ ਵਿੱਚ ਆ ਗਈ ਹੈ, ਸਾਡੇ ਸੁਭਾਅ ਦੇ ਵਿੱਚ ਆ ਗਈ ਹੈ। ਛੋਟੇ ਬੱਚੇ ਦੇ ਲਾਗੇ ਤੁਸੀਂ ਲਾਈਟ ਵੀ ਜਗਾ ਦਿਓ, ਪੂਰੀਆਂ ਤੁਸੀਂ ਉਹ ਜਿਹੜੇ ਪੁਆਇੰਟ ਨੇ ਉਹ ਵੀ ਤੁਸੀਂ ਡਰਾ ਕਰ ਦਿਓ, ਅਤੇ ਫਿਰ ਕੀ ਹੋਵੇਗਾ, ਤਾਂ ਵੀ ਸਿੱਧੀ ਨਹੀਂ ਪਾਵੇਗਾ। ਕਿਉਂ? ਕਿਉਂਕਿ ਉਹਦੇ ਅਜੇ ਸਹਿਜ ਦੇ ਵਿੱਚ ਨਹੀਂ ਹੈ, ਉਹਨੂੰ ਮਿਹਨਤ ਕਰਨੀ ਪੈਣੀ ਹੈ। ਅੱਜ ਜਿੰਨੀ ਮਿਹਨਤ ਹੋ ਰਹੀ ਹੈ ਨਾ ਕਥਾ ਕਹਾਣੀਆਂ ਦੀ, ਕੀਰਤਨ ਦੀ, ਇਹ ਸਾਰੀ ਇਸ ਕਰਕੇ ਹੋ ਰਹੀ ਹੈ ਵੀ ਉਹ ਜਿਹੜਾ ਆਨੰਦ ਹੈ ਉਹ ਜ਼ਿੰਦਗੀ ਦੇ ਵਿੱਚ ਆ ਜਾਵੇ ਅਤੇ ਸਹਿਜ ਆ ਜਾਵੇ ਜ਼ਿੰਦਗੀ ਦੇ ਵਿੱਚ। ਜਿਨ੍ਹਾਂ ਦੇ ਕੋਲ ਸਹਿਜ ਆ ਗਿਆ ਹੈ, ਨਮਸਕਾਰ ਹੈ ਉਹਨਾਂ ਨੂੰ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਸਹਿਜ ਦੇ ਨਾਲ, ਬੜੇ ਟਿਕਾ ਦੇ ਨਾਲ। ਐਵੇਂ ਨਹੀਂ ਕਿ ਦੌੜ ਭੱਜ ਵਾਲੀ ਜ਼ਿੰਦਗੀ ਹੋ ਗਈ ਹੈ, ਐਂ ਟਿਕਾ ਦੇ ਨਾਲ ਬੈਠੀ ਹੋਈ ਜ਼ਿੰਦਗੀ ਹੈ। ਜੋ ਕੁਝ ਹੋ ਰਿਹਾ ਹੈ ਸਹਿਜੇ ਹੋ ਰਿਹਾ ਹੈ, ਬੜੇ ਆਨੰਦ ਦੇ ਨਾਲ ਹੋ ਰਿਹਾ ਹੈ। ਮਨ ਵੱਜੀਆਂ ਵਧਾਈਆਂ, ਮਨ ਦੇ ਵਿੱਚ ਕਹਿੰਦੇ ਮੰਨੋ ਕਿ ਵਧਾਈਆਂ ਮਿਲਦੀਆਂ ਪਈਆਂ ਨੇ। ਜਦੋਂ ਕੋਈ ਆ ਕੇ ਸਾਨੂੰ ਆਖੇ ਵਧਾਈ ਹੋਵੇ, ਬੱਚੇ ਦਾ ਵਿਆਹ ਹੋਵੇ ਅਤੇ ਕੋਈ ਵਧਾਈਆਂ ਦੇਵੇ ਤਾਂ ਕਿੰਨਾ ਮਜ਼ਾ ਆਉਂਦਾ ਵੀ 100 ਰਿਸ਼ਤੇਦਾਰ ਮਿਲਦੇ ਪਏ ਨੇ, 100 ਦੇ 100 ਨੇ ਵਧਾਈ ਦੇ ਦਿੱਤੀ, 150 ਮਿਲਿਆ, 150 ਦੇ 150 ਨੇ ਵਧਾਈ ਦੇ ਦਿੱਤੀ। ਕੋਈ ਨਹੀਂ ਮਿਲਦਾ ਪਿਆ, ਮਨ ਨੂੰ ਹੀ ਵਧਾਈ ਦੇਈ ਜਾ ਰਿਹਾ ਵੀ ਤੂੰ ਕਿੱਡੇ ਭਾਗਾਂ ਵਾਲਾ ਹੈ, ਤੂੰ ਕਿੱਡੇ ਕਰਮਾਂ ਵਾਲਾ ਹੈ। ਉਹਨੂੰ ਬੰਦਿਆਂ ਦੀ ਕੀ ਲੋੜ ਹੈ, ਅਤੇ ਇਕੱਲਾ ਬੈਠਾ ਆਨੰਦ ਲਈ ਜਾ ਰਿਹਾ। ਉਹਨੂੰ ਕੀ ਲੋੜ ਹੈ ਕਿਸੇ ਨਾਲ ਗੱਲ ਕਰਨ ਦੀ? ਉਹ ਕਿਸੇ ਨਾਲ ਨਹੀਂ ਹੈ, ਆਪਣੇ ਆਪ ਦੇ ਵਿੱਚ ਆਨੰਦ ਦੇ ਵਿੱਚ ਹੈ। ਮਨ ਵੱਜੀਆਂ ਵਧਾਈਆਂ। ਫਿਰ ਸਤਿਗੁਰੂ ਕਹਿੰਦੇ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਜਿਨ੍ਹਾਂ ਬੰਦਿਆਂ ਨੇ ਸੰਗੀਤ ਦੇ ਵਿੱਚੋਂ ਆਨੰਦ ਲੈਣਾ ਸ਼ੁਰੂ ਕੀਤਾ ਨਾ, ਇੱਕ ਰਾਗ ਸ਼ੁਰੂ ਕਰ ਦਿੱਤਾ ਜਾਵੇ ਨਾ, ਅਤੇ ਰਾਗ ਦੀ ਆਪਣੀ ਇੱਕ ਤਾਸੀਰ ਹੁੰਦੀ ਹੈ, ਰਾਗ ਦਾ ਆਪਣਾ ਸੁਭਾਅ ਹੁੰਦਾ ਹੈ। ਰਾਗ ਆਪਣੇ ਆਲੇ ਦੁਆਲੇ ਇੱਕ ਮਾਹੌਲ ਕ੍ਰੀਏਟ ਕਰ ਲੈਂਦਾ, ਤੁਸੀਂ ਨਿਕਲ ਨਹੀਂ ਸਕਦੇ ਉਹਦੇ ਵਿੱਚੋਂ ਜੇ ਰਾਗ ਦੇ ਵਿੱਚ ਧਿਆਨ ਦੇ ਦਿੱਤਾ। ਇਹ ਰਾਗ ਦੀ ਦੁਨੀਆ ਹੈ। ਹੁਣ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ ਵੀ ਇੱਕ ਰਾਗ ਸੁਣੋ ਅਤੇ ਇੰਨਾ ਮਜ਼ਾ ਹੈ, ਪਰ ਪੂਰੀ ਕਾਇਨਾਤ ਦੇ ਰਾਗ ਦਾ ਮਜ਼ਾ ਜਿਸ ਬੰਦੇ ਦੇ ਅੰਦਰ ਹੋਵੇ, ਤੁਸੀਂ ਉਹਨੂੰ ਕਿਸ ਲੈਵਲ 'ਤੇ ਵੇਖੋਗੇ। ਇੱਕ ਰਾਗ ਸਾਨੂੰ ਕਿਤੇ ਗਾਉਣਾ ਆ ਜਾਵੇ ਨਾ ਚੰਗਾ, ਅਤੇ ਬੰਦਾ ਸਮਾਂ ਬੰਨ੍ਹ ਕੇ ਰੱਖ ਦਿੰਦਾ ਹੈ, ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਇਹ ਪੱਕੀ ਗੱਲ ਹੈ। ਅਤੇ ਜਿਸ ਬੰਦੇ ਨੂੰ ਸਾਰੇ ਹੀ ਰਾਗ ਉਹਦੇ ਅੰਦਰ ਚੱਲਦੇ ਪਏ ਹੋਣ, ਸਾਰਿਆਂ ਰਾਗਾਂ ਦਾ ਆਨੰਦ ਉਹਦੇ ਅੰਦਰ ਆਇਆ ਹੋਵੇ, ਉਸ ਬੰਦੇ ਦਾ ਲੈਵਲ ਤੁਸੀਂ ਕਿੱਥੇ ਵੇਖ ਸਕਦੇ ਹੋ। ਔਰ ਐਵੇਂ ਨਹੀਂ ਅਸੀਂ ਜਨਮ ਸਾਖੀਆਂ 'ਚ ਪੜ੍ਹ ਲਿਆ ਵੀ ਬਾਬਾ ਗਾ ਰਿਹਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨਾ ਵੀ ਆਏ ਤੇ ਮਾਰਨ ਲਈ ਸੀ, ਅਤੇ ਮਾਰਦਿਆਂ ਮਾਰਦਿਆਂ ਵੱਟੇ ਉਹਨਾਂ ਦੇ ਹੱਥ ਦੇ ਵਿੱਚ ਹੀ ਰਹਿ ਗਏ, ਕਿਉਂਕਿ ਬਾਬੇ ਨੇ ਅਜੇ ਬੋਲਿਆ ਹੀ ਸੀ। ਇਹਦਾ ਮਤਲਬ ਹੈ ਬੋਲ ਕਿੱਡਾ ਮਿੱਠਾ ਹੈ ਅਤੇ ਬੋਲ ਕਿੰਨਾ ਭਾਰਾ ਹੈ। ਦਾਤਾਰ ਕਹਿੰਦੇ ਨੇ ਰਾਗ ਰਤਨ ਪਰਵਾਰ ਭਰੀਆਂ, ਰਾਗ ਤੇ ਰਾਗਣੀਆਂ ਸ਼ਬਦ ਗਾਵਣ ਆਈਆਂ। ਸਮਝ ਲਓ ਇੰਨੀ ਮਿਠਾਸ ਅੰਦਰ ਹੋ ਗਈ ਹੈ ਕਿ ਮੈਂ ਆਪਣੇ ਅੰਦਰ ਤੋਂ ਹੀ ਇੰਨਾ ਆਨੰਦ ਪ੍ਰਾਪਤ ਕਰਦਾ ਪਿਆ। ਅੰਦਰ ਇੰਨੀ ਮਿਠਾਸ ਹੋ ਗਈ ਹੈ, ਜਿੰਨਾ ਕੀਰਤਨ ਸੁਣ ਕੇ ਆਨੰਦ ਆਉਂਦਾ ਹੈ ਨਾ, ਮੇਰੇ ਅੰਦਰ ਲਗਾਤਾਰ ਉਹ ਕੀਰਤਨ ਚੱਲਦਾ ਪਿਆ ਹੈ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਇਹ ਇੰਨਾ ਕੁਝ ਬਣ ਕਿੱਦਾਂ ਗਿਆ? ਕਹਿੰਦੇ ਇਹ ਬਣਿਆ ਹੈ ਸ਼ਬਦ ਦੀ ਬਰਕਤ ਦੇ ਨਾਲ, ਗੁਰਬਾਣੀ ਦੀ ਬਰਕਤ ਦੇ ਨਾਲ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਇਹ ਸੰਗਤ ਦੇ ਵਿੱਚ ਬੈਠੇ ਜਨੋ, ਤੁਹਾਡੇ ਵਿੱਚੋਂ ਜਿੰਨਿਆਂ ਨੇ ਵੀ ਵਾਹਿਗੁਰੂ ਦੇ ਨਾਮ ਨੂੰ ਮਨ ਦੇ ਵਿੱਚ ਵਸਾਇਆ ਹੈ, ਆਓ ਸਾਰੇ ਜਾਣੇ ਮਿਲ ਕੇ ਅਤੇ ਸ਼ਬਦ ਨੂੰ ਗਾਈਏ। ਆਓ ਸਾਰੇ ਜਾਣੇ ਮਿਲ ਕੇ ਅਤੇ ਬਾਣੀ ਪੜ੍ਹੀਏ। ਆਓ ਸਾਰੇ ਜਾਣੇ ਮਿਲ ਕੇ ਅਤੇ ਗੁਰਬਾਣੀ ਨੂੰ ਸਮਝੀਏ। ਇਸੇ ਕਰਕੇ ਜਿਹੜੀ ਸੀ ਨਾ, ਉਹ ਸਾਡੇ ਵਿੱਚ ਇਹ ਗੱਲ ਸ਼ੁਰੂ ਕੀਤੀ ਜਾਂਦੀ ਹੈ ਵੀ ਜਦੋਂ ਬਾਣੀ ਪੜ੍ਹਦੇ ਹੁੰਦੇ ਨੇ ਨਾ, ਅਤੇ ਨਾਲ ਉੱਚੀ ਉੱਚੀ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ। ਬੇਤਾਲੇ ਹੋ ਕੇ ਨਹੀਂ, ਘੱਟੋ ਘੱਟ ਆਪਣੇ ਕੰਨਾਂ ਨੂੰ ਜ਼ਰੂਰ ਸੁਣੇ, ਇੱਦਾਂ ਜ਼ਰੂਰ ਪੜ੍ਹਿਆ ਕਰੋ। ਕਿਉਂਕਿ ਅਸੀਂ ਬਹੁਤੀ ਵਾਰ ਵਾਹਿਗੁਰੂ ਇੱਦਾਂ ਕਹਿੰਦੇ ਹਾਂ, ਕਿਉਂਕਿ ਆਦਤ ਹੀ ਨਹੀਂ ਨਾ ਹੁੰਦੀ। ਸਾਨੂੰ ਪਤਾ ਹੀ ਉਦੋਂ ਲੱਗਦਾ ਉਹ ਬਾਕੀਆਂ ਨੇ ਵਾਹਿਗੁਰੂ ਕਹਿ ਤਾ, ਮੈਂ ਤਾਂ ਕਿਹਾ ਹੀ ਨਹੀਂ, ਫਿਰ ਇੱਦਾਂ ਕਹਿੰਦੇ ਅਸੀਂ, ਕਿਉਂਕਿ ਸਾਨੂੰ ਉਹਦੀ ਆਦਤ ਹੀ ਨਹੀਂ ਹੈਗੀ, ਸਹਿਜ ਨਹੀਂ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਵਾਲਾ। ਦਾਤਾਰ ਕਹਿ ਰਹੇ ਨੇ ਆਓ ਸਾਰੇ ਜਾਣੇ ਮਿਲ ਕੇ ਬੈਠੀਏ ਅਤੇ ਗੁਰੂ ਦੀ ਬਾਣੀ ਨੂੰ ਗਾਈਏ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਸਤਿਗੁਰੂ ਕਹਿੰਦੇ ਨੇ, ਨਾਨਕ ਆਖਦਾ ਹੈ, ਭਾਵ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖਦੇ ਹਨ, ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਮੈਂ ਸਤਿਗੁਰੂ ਨੂੰ ਪਾ ਲਿਆ ਹੈ। ਸਤਿਗੁਰੂ ਨੂੰ ਪਾਉਣਾ ਕੀ ਹੈ?
ਇਹਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ, ਕਿਉਂਕਿ ਇਸ ਬਾਣੀ ਦੇ ਵਿੱਚ ਨਾ ਮੁੱਖ ਤੌਰ ਦੇ ਉੱਤੇ 2 ਜਾਂ 3 ਗੱਲਾਂ ਚੱਲਣਗੀਆਂ, ਇੱਕ ਮਨ, ਇੱਕ ਸਤਿਗੁਰੂ ਅਤੇ ਇੱਕ ਆਨੰਦ। ਔਰ ਇਹ ਫਿਰ ਮੈਂ ਦੁਹਰਾ ਕੇ ਸਮਾਪਤੀ ਕਰਾਂਗਾ, ਇਹ ਗਿਆਨ ਦੇ ਨਾਲੋਂ, ਅਰਥਾਂ ਨੂੰ ਸਮਝਣ ਦੇ ਨਾਲੋਂ ਇਹ ਜੀਣ ਵਾਲੀ ਜ਼ਿਆਦਾ ਬਾਣੀ ਹੈ। ਤੁਸੀਂ ਵੇਖੋ ਕਿਹੜੀਆਂ ਚੀਜ਼ਾਂ ਤੁਹਾਨੂੰ ਆਨੰਦ ਦੇ ਘਰ ਦੇ ਵਿੱਚ ਲੈ ਜਾਂਦੀਆਂ ਨੇ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ। ਬਾਣੀ ਦੇ ਨਾਲ ਵੱਧ ਤੋਂ ਵੱਧ ਜਿਹੜਾ ਹੈ ਆਪਣਾ ਸੁਭਾਅ ਢਾਲਣ ਦੀ ਕੋਸ਼ਿਸ਼ ਕਰੀਏ, ਬਾਣੀ ਸੁਣਨ ਦੀ ਆਦਤ ਪਾਈਏ। ਬਾਣੀ ਜਿੰਨੀ ਸੁਣਾਂਗੇ ਓਨਾ ਹੀ ਵਾਹਿਗੁਰੂ ਆਪਣੇ ਨੇੜੇ ਕਰ ਦੇਵੇਗਾ। ਕੁਝ ਕੁ ਬੇਨਤੀਆਂ ਇਹ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।